ਵੀਰ ਦੀਆਂ ਕੁਝ ਕੁ ਕੁਦਰਤ ਨੇ ਆਪਣੇ ਥੋੜਾ ਜਿਹਾ ਵੱਖਾ ਵੀਰ ਕੁਦਰਤ ਨੇ ਇੱਕ ਤਾਂ ਵੀਰ ਦੇ ਹੱਥ ਤੁਸੀਂ ਦੇਖ ਚੁੱਕੇ ਇਸੇ ਤਰ੍ਹਾਂ ਪੈਰ ਜੰਗ ਤੋਂ ਪਹਿਲੇ ਇੱਕ ਐਸਾ ਦੌਰ ਆਂਦਾ ਸੀ ਕਿ ਮਹਾਰਾਜ ਸਾਹਿਬ ਕਹਿੰਦੇ ਸੀ ਨਹੀਂ ਕੱਲ ਬੈਠ ਕੇ ਕਰ ਲੈਣੇ ਉਸ ਟਾਈਮ ਵੀ ਇਦਾਂ ਹੋਇਆ ਟੇਬਲ ਟਾਕ ਹੁੰਦੀ ਸੀ ਇਨ ਦਾ ਐਂਡ ਅਗਰ ਜੋ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਉਹਦੇ ਲਈ ਵੀ ਟੇਬਲ ਟਾਕ ਹੋਣੀ ਹੈ ਇਹ ਤਾਂ ਸੁਭਾਵਿਕ ਹੈ ਨੈਚੁਰਲ ਹੈ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀਰ ਜੀ ਯੂਐਨਓ ਦੇ ਵਿੱਚ ਜਿਹੜਾ ਹਿਊਮਨ ਰਾਈਟਸ ਦੇ ਵਿੱਚ ਅਸੀਂ ਆਪਣਾ ਕੇਸ ਆਪਣੇ ਤਰੀਕੇ ਨਾਲ ਪ੍ਰੈਜ਼ੈਂਟ ਨਹੀਂ ਕਰ ਸਕੇ ਸਭ ਤੋਂ ਵੱਡੀ ਘਾਟ ਇਹੀ ਰਹੀ ਹੈ ਸਾਡੀ ਇੱਕ ਹੁੰਦੀ ਹੈ ਧਾਰਮਿਕ ਰਾਜਨੀਤੀ ਧਾਰਮਿਕ ਰਾਜਨੀਤੀ ਆਪਾਂ ਸਿਰਫ ਧਰਮ ਦੇ ਨਾਲ ਚੱਲੇ ਆ ਆਪਾਂ ਉਹਨੂੰ ਲੀਗਲਾਈਜ਼ ਤਰੀਕੇ ਨਾਲ ਪੋਲਿਟਿਕਸ ਨਹੀਂ ਕੀਤੀ ਉਹਦੇ ਵਿੱਚ ਜਿਹੜਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ ਆਪਾਂ ਹਿਊਮਨ ਰਾਈਟਸ ਦੇ ਵਿੱਚ ਨਹੀਂ ਚੱਕਿਆ ਗਿਆ ਤਰੀਕੇ ਨਾਲ ਸਾਡੇ ਤੋਂ ਆਪਾਂ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕੇ ਤਰੀਕੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਦਿੱਕਤ ਕਿੱਥੇ ਪੈ ਰਹੀ ਆ ਕਿਉਂ ਪੈ ਰਹੀ ਹੈ ਵੀਰ ਜੀ ਪਿੱਛੇ ਜੇ ਨਾ ਸੁਪਰੀਮ ਕੋਰਟ ਦਾ ਇੱਕ ਵਰਡਿਕਟ ਆਇਆ ਸੀ ਜੀ ਟੋਟਲ ਪੰਜਾਬ ਲਈ ਨਹੀਂ ਵਰਡਿਕਟ ਪੂਰੇ ਇੰਡੀਆ ਲਈ ਵਰਡਿਕਟ ਸੀ ਕਿ ਜਿੰਨੇ ਵੀ ਬੰਦੀ ਸਿੰਘ ਹੈਗੇ ਨੇ ਜਿਹੜੀ ਆਪਣੀ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤੁਸੀਂ ਰਿਹਾ ਕਰੋ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਪੂਰੇ ਇੰਡੀਆ 'ਚ ਇਹ ਐਪਲੀਕੇਬਲ ਹੋ ਗਿਆ ਪੰਜਾਬ ਨੂੰ ਛੱਡ ਕੇ ਯੂਪੀ ਦੇ ਜਿਹੜੇ ਬੰਦੀ ਸੀ ਅਦਰ ਦੈਨ 6 ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਗੋਦਰਾ ਕਾਂਡ ਜਿਹੜਾ 2002 ਦੇ ਵਿੱਚ ਹੁੰਦਾ ਗਿਆ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੁਸੀਂ ਕਸ਼ਮੀਰ ਦਾ ਹਾਲ ਦੇਖ ਲਓ ਸਰਕਾਰਾਂ ਦਾ ਜੋ ਬਸ ਚੱਲੇ ਤੋਂ ਕੀ ਕਰ ਰਹੀ ਆ ਜਿਹੜਾ ਕਸ਼ਮੀਰ ਦੇ ਵਿੱਚ ਹੋ ਰਿਹਾ ਉਹ ਨੈਸ਼ਨਲ ਮੀਡੀਆ ਟ੍ਰਾਇਲ ਕਰ ਰਿਹਾ ਲੋਕਲ ਮੀਡੀਆ ਦਾ ਆਵਾਜ਼ ਚੱਕੀ ਨਹੀਂ ਜਾਣ ਦਿੰਦੇ ਉੱਥੇ ਤੁਸੀਂ ਦੇਖ ਲਓ ਇਹ ਹਾਲ ਸਾਡਾ ਪੰਜਾਬ 'ਚ ਵੀ ਹੋ ਰਿਹਾ ਹੋਣਾ ਵੀ ਹੈ ਕਿਉਂਕਿ ਚਲੋ ਜਿਹੜੀ ਪੰਜਾਬੀ ਕੌਮ ਜੀਗ ਦੀ ਜਾਤੀ ਕੌਮ ਹੈ ਉਹਨਾਂ ਤੇ ਇੱਥੇ ਕਿਸੇ ਨੂੰ ਵੀ ਆਪਣਾ ਸਰਾਹ ਦਿੱਤੀ ਨਹੀਂ ਹਰ ਬੰਦੇ ਨੂੰ ਨੱਥ ਪਾ ਕੇ ਰੱਖੀ ਹੈ ਬਾਕੀ ਤੁਸੀਂ ਦੇਖ ਲਓ ਬਾਕੀ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਭਾਜੀ ਕਲੀਅਰ ਕੱਟ ਕਰਦਾ ਜਿਹੜੀ ਕਾਨੂੰਨ ਵਿਵਸਥਾ ਹੈ ਸਾਡੀ ਉਹ ਸਾਰੀ ਕੰਟਰੋਲ ਹੋ ਰਹੀ ਹੈ ਨਾਗਪੁਰ ਸੌਦਾ ਸਾਧ ਨੂੰ 3 ਵਾਰੀ ਪੈਰੋਲ ਮਿਲ ਜਾਂਦੀ ਹੈ ਸਾਡੇ ਵਾਲੇ ਉਹਨਾਂ ਨੂੰ ਟ੍ਰਾਇਲ ਨਹੀਂ ਹੋਣ ਦਿੰਦੇ ਉਹਨਾਂ ਨੂੰ ਕੋਰਟ ਪੇਸ਼ ਨਹੀਂ ਪੇਸ਼ ਹੋਣ ਦਿੰਦੇ ਪੰਚਕੂਲਾ ਦੇ ਵਿੱਚ 14 ਬੰਦੇ ਮਰ ਜਾਂਦੇ ਬਾਬਾ ਜੀ ਸੌਦਾ ਸਾਧ ਨੂੰ ਗ੍ਰਿਫਤਾਰ ਕਰਨ ਦੀ ਦੈਟ ਮੀਨ ਕਿ ਉਹ ਉਹਨਾਂ ਨਾਲ ਲਿੰਕਡ ਕੀਤਾ ਜਾਣਾ ਚਾਹੀਦਾ ਤਾਂ 300 ਤੋਂ ਉਹਨਾਂ ਤੇ ਲੱਗਣੀ ਚਾਹੀਦੀ ਸੀ ਕਿਉਂਕਿ ਡਿਊ ਟੂ ਦਿਸ ਪਰਸਨ ਉਹ ਬੰਦੇ ਹਾਲਾਤ ਹੋਏ ਜਿਹੜੇ ਵੱਡੇ ਗੈਂਗਸਟਰ ਨੇ ਉਹ ਜੇਲ੍ਹਾਂ ਦੇ ਵਿੱਚ ਬੈਠ ਕੇ ਰਨ ਕਰਦੇ ਬਾਹਰ ਦੇ ਕੋਈ ਬੰਦਾ ਮਰਵਾ ਦਿੰਦੇ ਕੁਝ ਤੁਸੀਂ ਅੱਜ ਤੱਕ ਦੱਸ ਦਿਓ ਸਾਡੇ ਬੰਦੀ ਸਿੰਘਾਂ ਨੇ ਕੀ ਕੀਤਾ ਉੱਥੇ ਬੈਠ ਕੇ ਕੋਈ ਐਸਾ ਬਾਹਰ ਕੁਝ ਕਰਨ ਹੋਇਆ ਕੁਝ ਲੱਗਾ ਤੁਹਾਨੂੰ ਪਤਾ ਉਹਨਾਂ ਨੂੰ ਪਤਾ ਨਹੀਂ ਕੀ ਖਤਰਾ ਪਿਆ ਹੋਇਆ ਜਿਹੜਾ ਬਾਹਰ ਆ ਕੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਸਾਡੇ ਬੰਦੀ ਸਿੰਘਾਂ ਨੇ ਕਦੇ ਕਿਸੇ ਨੂੰ ਧਮਕਾਇਆ ਨਹੀਂ ਉਹਨਾਂ ਨੇ ਇਹੀ ਗੱਲ ਕਹੀ ਹੋਈ ਗੁਰੂ ਗ੍ਰੰਥ ਸਾਹਿਬ ਨਾਲ ਜੋੜੋ ਆਹੀ ਗੱਲ ਕਹੀ ਹੋਏਗੀ ਨਸ਼ੇ ਛੱਡੋ ਇਹੀ ਗੱਲ ਕਹੀ ਹੋਊਗੀ ਤੁਸੀਂ ਦੇਖਦੇ ਹੋ ਗੈਂਗਸਟਰਾਂ ਨੂੰ ਤੁਸੀਂ ਆਪਣਾ ਜਵਾਈ ਬਣਾ ਕੇ ਰੱਖਿਆ ਹੋਇਆ ਉਹਨਾਂ ਨੂੰ ਪੈਰੋਲ ਕਿਤੇ ਚੰਡੀਗੜ੍ਹ ਛੱਡ ਦਿੰਦੇ ਕਿਤੇ ਛੱਡ ਦਿੰਦੇ ਬਟ ਸਾਡੇ ਵਾਲੇ ਕਹਿੰਦੇ ਉਹ ਆਪਣੇ ਪੰਜਾਬ ਦੇ ਰਹਿਣ ਵਾਲੇ ਨੇ ਉਹ ਇੱਥੇ ਨਹੀਂ ਆ ਸਕਦੇ ਮੈਂ ਟਰਾਇਲ ਹੀ ਨਹੀਂ ਕਰਨਾ ਆ ਸਕਦੇ ਇਹ ਤਾਂ ਧੱਕੇਸ਼ਾਹੀ ਹੋ ਗਈ ਵੀਰ ਜੀ ਸਰਕਾਰ ਦਾ ਫੇਲੀਅਰ ਹੈ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਇੱਕ ਤਰਕ ਦੇ ਦੇਣਾ ਛੋਟਾ ਜਿਹਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦਾ ਤਰਕ ਨਾਲ ਤੁਹਾਨੂੰ ਇੱਕ ਐਗਜ਼ਾਮਪਲ ਸੈੱਟ ਕਰ ਦੇਣਾ ਪੰਜਾਬ ਦੇ ਵਿੱਚ ਹੀ ਕਿਉਂ ਬੇਅਦਬੀ ਹੁੰਦੀ ਹੈ ਜੰਮੂ ਦੇ ਵਿੱਚ ਵੀ ਤਾਂ ਸਿੱਖ ਰਹਿੰਦੇ ਨੇ ਯੂਪੀ ਦੇ ਵਿੱਚ ਵੀ ਸਿੱਖ ਰਹਿੰਦੇ ਨੇ ਜਿਹੜੇ ਸਾਡੇ ਸਿੰਘ ਵੀ ਅੰਦਰ ਹੈਗੇ ਨੇ ਕਾਨੂੰਨ ਦੀ ਗੱਲ ਛੱਡ ਦਿਓ ਇਹ ਓਨਲੀ ਡਿਊ ਟੂ ਪੋਲਿਟਿਕਸ ਸਾਰੇ ਅੰਦਰ ਉਹਨਾਂ ਨੂੰ ਪਤਾ ਕਿ ਅਗਰ ਉਹ ਬਾਹਰ ਆ ਗਏ ਸਾਡਾ ਦਾਲ ਪਾਣੀ ਬੰਦ ਹੋ ਜਾਣਾ ਸਾਡਾ ਹੁੱਕਾ ਪਾਣੀ ਬੰਦ ਹੋ ਜਾਣਾ ਬਸ ਇਹੀ ਖਤਰਾ ਉਹਨਾਂ ਨੂੰ ਆਪਣੀ ਹੋਂਦ ਦਾ ਖਤਰਾ ਹੈ ਬਟ ਕਹਿੰਦੇ ਨਾ 100 ਦਿਨ ਚੋਰ ਦੇ ਇੱਕ ਦਿਨ ਸਾਧ ਦਾ ਪਾਊਗਾ ਜਲਦੀ ਸਮਾਂ ਤਾਂ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਹਰਪ੍ਰੀਤ ਸਿੰਘ ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਚੋਣ ਹੋਵੇਗੀ ਜਾਂ ਫਿਰ ਜਗਤਾਰ ਸਿੰਘ ਹਵਾਰੇ ਨੇ ਜਥੇਦਾਰ ਸ਼ਾਰਟ ਕਹਿ ਦਿੰਦਾ ਕਿ ਉਹ ਸਰਕਾਰੀ ਜਥੇਦਾਰ ਨੇ ਭਾਈ ਹਵਾਰਾ ਜੀ ਕੌਮ ਦੇ ਜਥੇਦਾਰ 10 ਲੱਖ ਬੰਦੇ ਨੇ ਚੁਣਿਆ ਹੋਇਆ ਅਗਰ ਉਹ ਚਾਹੁੰਦੇ ਨੇ ਕਿ VOTING ਹੀ ਕਰਵਾਉਣੀ ਤਾਂ VOTING ਕਰਾ ਕੇ ਵੀ ਦੇਖ ਲੈ ਹਜੇ ਵੀ ਨਾਰਾਜ਼ ਨੇ ਲੋਕ ਜਿਹੜੀ ਸ਼੍ਰੋਮਣੀ ਕਮੇਟੀ ਤੋਂ ਸ਼੍ਰੋਮਣੀ ਅਦਾਰੇ ਅੱਜ ਵੀ ਉਹ ਮੀਡੀਆ ਤੇ ਹੀ ਕਹਿ ਦੇਣ ਕਿ ਅਸੀਂ ਮਾਫੀ ਮੰਗਦੇ ਹਾਂ ਫਿਰ ਵੀ ਮਾਫ ਕਰ ਦਿਓ ਕੌਮ ਬਟ ਅੱਜ ਤੱਕ ਵੀ ਉਹਨਾਂ ਦੀ ਅੱਖਾਂ 'ਚ ਇੱਦਾਂ ਹੱਥ ਨੂੰ ਕਿ ਉੱਤੀ ਜਵਾਨ 'ਚ ਐਸਾ ਵਰਡ ਨਹੀਂ ਸੁਣ ਸਕਦੇ ਕਿ ਨਹੀਂ ਬਈ ਇਹ ਗਲਤ ਕੀਤਾ ਉਹ ਕਹਿੰਦੇ ਆਪਾਂ ਗਲਤ ਹੈ ਹੀ ਨਹੀਂ ਤੇ ਉਹ ਕਹਿੰਦੇ ਪ੍ਰੋਫੈਸਰ ਦਵਿੰਦਰਪਾਲ ਦੀ ਜਿਹੜੀ ਰਿਹਾਈ ਆ ਉਹ ਸਿਰਫ ਦਿੱਲੀ ਸਰਕਾਰ ਕਰਕੇ ਰੁਕੀ ਹੈ ਸਿੱਖ ਜਥੇਬੰਦੀਆਂ ਚਾਹੀਦੀਆਂ ਉਹਦੇ ਬਾਰੇ ਕੀ ਕਹਿਣਾ ਮੈਂ ਤੁਹਾਨੂੰ ਇੱਕ ਲੀਗਲ ਟਰਮ ਦੇ ਦੇਣਾ ਛੋਟੀ ਜੀ ਦਿੱਲੀ ਇੱਕ ਡਿਊਟੀ ਹੈ ਮੈਂ ਕੋਈ ਆਮ ਆਦਮੀ ਦਾ ਬੰਦਾ ਨਹੀਂ ਹੈ ਨਾ ਮੈਂ ਬਾਦਲ ਦਾ ਨਾ ਕਾਂਗਰਸ ਦਾ ਸਾਡੀ ਅਸੀਂ ਅੱਕ ਚੁੱਕੇ ਹਾਂ ਨਾ ਠੀਕ ਹੈ ਬਟ ਉਹਦੇ 'ਚ ਜਿੱਦਾਂ ਕਿ ਮੇਰਾ ਨੌਲੇਜ ਕਹਿੰਦਾ ਜਾਂ ਮੇਰਾ ਐਕਸਪੀਰੀਅੰਸ ਕਹਿੰਦਾ ਉਹਦੇ 'ਚ ਦਿੱਲੀ ਸਰਕਾਰ ਦਾ ਹੱਥ ਘੱਟ ਹੁੰਦਾ ਕਿਉਂਕਿ ਜਿਹੜਾ ਹੋਮਸ ਕੰਟਰੋਲ ਹੈ ਨਾ ਉਹ ਜਿਹੜਾ ਵੀ ਉੱਥੇ ਦਾ ਹੋਮ ਮਿਨਿਸਟਰ ਆਫ ਇੰਡੀਆ ਹੋਏਗਾ ਉਹਦਾ ਹੋਣਾ ਦਿੱਲੀ ਕੋਲ ਹੋਮਸ ਕੰਟਰੋਲ ਨਹੀਂ ਹੈਗਾ ਇਨ ਦਾ ਐਂਡ ਗੱਲ ਸੈਂਟਰ ਤੇ ਆ ਜਾਂਦੀ ਤਾਂ ਪ੍ਰੋਫੈਸਰ ਦਵਿੰਦਰਪਾਲ ਦੀ ਜਿਹੜੀ ਰਿਹਾਈ ਆ ਉਹ ਸੈਂਟਰ ਰੋਕ ਰਹੀ ਆ ਜਾਂ ਕੇਜਰੀਵਾਲ ਤੁਸੀਂ ਲੀਗਲੀ ਵੇ ਦੇਖੋ ਸੈਂਟਰ ਦਾ ਥੋੜਾ ਸੈਂਟਰ ਇੱਕ ਦਿਨ 'ਚ ਰਿਪਰੈਜ਼ੈਂਟ ਕਰ ਸਕਦੀ ਉਹਨਾਂ ਦਾ ਕੇਸ ਔਰ ਉਹਨਾਂ ਨੂੰ ਰਿਹਾਈ ਦੇ ਸਕਦੀ ਬੜੀ ਵੱਡੀ ਗੱਲ ਇਹਦੇ ਵਿੱਚ ਕੇਜਰੀਵਾਲ ਦੀ ਕੋਈ ਨਹੀਂ ਹੈ ਬਾਬਾ ਉਹ ਆਪਣਾ ਕੇਸ ਰਿਪਰੈਜ਼ੈਂਟ ਕਰ ਸਕਦਾ ਕਿ ਹਾਂ ਬਾਈ ਛੱਡ ਦਿਓ ਇੱਦਾਂ ਕਹਿ ਸਕਦਾ ਆਪਣੀ ਸੁਜੈਸ਼ਨ ਦੇ ਸਕਦਾ ਬਟ ਇਨ ਦਾ ਐਂਡ ਉਹ ਸੈਂਟਰ ਨੇ ਫੈਸਲਾ ਲੈਣਾ ਸਾਨੂੰ ਸੰਵਿਧਾਨ ਦੇ ਵਿੱਚ ਚਲੋ ਇਹਨਾਂ ਨੇ ਜਟਾਧਾਰੀ ਹਿੰਦੂ ਹੀ ਕਿਹਾ ਹੋਇਆ ਬਟ ਕਲੀਅਰ ਸਿੱਖ ਅੰਪਾਇਰ ਹੋਇਆ ਬਾਬਾ ਜੀ
ਜਿਹਦੀਆਂ ਲੇਹ ਲਦਾਖ ਕਾਦਰ ਕੰਧਾਰ ਆਪਾਂ ਸੋਚ ਵੀ ਨਹੀਂ ਸਕਦੇ। ਅੱਜ ਅਮਰੀਕਾ ਨੂੰ ਵੀ ਸਾਈਕਲ ਵਾਲਿਆਂ ਨੇ ਨਠਾਤਾ ਮਕਾਨੀ, ਆਪਾਂ ਉੱਥੇ ਵੀ ਰਾਜ ਕੀਤਾ ਹੋਇਆ, ਪਸ਼ਾਵਰ ਤੱਕ ਰਾਜ ਕੀਤਾ। ਤੁਸੀਂ ਬਾਬਾ ਜੀ ਚਲੋ ਇਨ ਹਿਸਟਰੀ ਸਾਨੂੰ ਪੜ੍ਹਾਉਣਾ ਨਹੀਂ ਚਾਹੁੰਦੇ, ਯੂਰਪ ਤੱਕ ਤੁਹਾਡਾ ਰਾਜ ਹੈ। ਕਹਿੰਦੇ ਨਾ ਕਿ ਕਿਸੇ ਕੌਮ ਨੂੰ ਮਾਰਨਾ ਉਹਨੂੰ ਦੋ ਚੀਜ਼ਾਂ ਤੇ ਲਾ ਦਿਓ, ਉਹਦੀ ਹਿਸਟਰੀ ਪੜ੍ਹਾ ਦਿਓ, ਉਹਨੂੰ ਪੜ੍ਹਨਾ ਚੜਾ ਦਿਓ, ਔਰ ਉਹਨੂੰ ਦਾਰੂ ਜਾਂ ਸ਼ਰਾਬ ਤੇ ਲਾ ਨਸ਼ੇ ਤੇ ਲਾ ਦਿਓ, ਕੌਮਾਂ ਖਤਮ ਹੋ ਜਾਣ। ਸਵਾਗਤ ਹੈ ਰੋਜ਼ਾਨਾ ਟਾਈਮਜ਼ ਦੇਖਣ ਵਾਲੇ ਸਾਰੇ ਸਰੋਤਿਆਂ ਦਾ। ਮੈਂ ਤਰਨਦੀਪ ਸਿੰਘ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਔਰ ਉੱਥੇ ਹੀ ਤਾਂ ਦੱਸਦੀ ਜਿਹੜੀ ਸਿੱਖ ਸੰਗਤ ਆ ਉਹ ਵੀ ਹੁੰਮ ਹਮਾ ਕੇ ਪਹੁੰਚ ਰਹੀ ਹੈ ਤੇ ਇੱਕੋ ਹੀ ਮੰਗ ਆ ਕਿ ਜਦ ਤੱਕ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਇਹ ਮੋਰਚਾ ਉਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਸੇ ਤਰ੍ਹਾਂ ਅਸੀਂ ਇੱਥੇ ਡਟ ਕੇ ਰਹਾਂਗੇ। ਤੇ ਉੱਥੇ ਹੀ ਸਾਡੇ ਨਾਲ ਇੱਕ ਸਿੰਘ ਸਾਹਿਬ ਬੈਠੇ ਨੇ, ਪੇਸ਼ੇ ਤੋਂ ਇਹ ਵਕੀਲ ਨੇ ਤੇ ਪਰ ਇਹ ਡਿਊਟੀ ਨਿਭਾ ਰਹੇ ਨੇ ਕੌਮੀ ਇਨਸਾਫ ਮੋਰਚੇ ਤੇ। ਪਹਿਲਾਂ ਤਾਂ ਵੀਰ ਦਾ ਸਵਾਗਤ ਕਰਦਾ। ਵੀਰ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅੱਛਾ ਵੀਰ ਜੀ, ਪੇਸ਼ੇ ਤੋਂ ਤੁਸੀਂ ਵਕੀਲ ਹੋ ਤੇ ਤੁਹਾਡੀ ਮੈਂ ਜਾਣ ਪਹਿਚਾਣ ਤੋਂ ਪਹਿਲਾਂ ਮੈਂ ਦੱਸ ਚੁੱਕਿਆ ਸਾਰੇ ਸਰੋਤਿਆਂ ਨੂੰ। ਤੁਸੀਂ ਆਪਣੇ ਬਾਰੇ ਜ਼ਰੂਰ ਸਾਂਝਾ ਦੱਸੋ ਵੀ ਭਾਈ ਕੀ ਪੇਸ਼ਾ ਹੈ ਤੁਹਾਡਾ, ਕਿਹੜਾ ਇਲਾਕਾ, ਔਰ ਇੱਥੇ ਜਿਹੜਾ ਕੌਮੀ ਇਨਸਾਫ ਮੋਰਚੇ ਕਦੋਂ ਤੋਂ ਤੁਸੀਂ ਇੱਥੇ ਪਹੁੰਚੇ? ਵੀਰ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ। ਬਾਈ ਪ੍ਰੋਫੈਸ਼ਨ ਮੈਂ ਐਡਵੋਕੇਟ ਹਾਂ ਅਤੇ ਇਲਾਕਾ ਮੇਰਾ ਮਹਾਰਾਜਾ ਰਣਜੀਤ ਸਿੱਖ ਅੰਪਾਇਰ ਦਾ ਹਿੱਸਾ ਜੰਮੂ ਕਸ਼ਮੀਰ। ਮੈਂ ਜੰਮੂ ਕਸ਼ਮੀਰ ਤੋਂ ਹਾਂ ਜੀ। ਔਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਸਥਾਨ ਰਜੌਰੀ, ਉਹਦੇ ਨਾਲ ਹੀ ਮੇਰਾ ਇਲਾਕਾ ਜੰਮੂ ਲੱਗਦਾ ਉੱਥੋਂ ਆ ਬਾਈ। ਅੱਛਾ ਵੀਰ ਜੀ, ਪਹਿਲਾਂ ਤਾਂ ਕੁਦਰਤ ਦੇ ਜਿਹੜੇ ਰੰਗ ਹੁੰਦੇ ਨੇ ਉਹਨਾਂ 'ਤੇ ਮੈਂ ਗੱਲ ਨਹੀਂ ਕਰਨੀ ਚਾਹੁੰਦਾ, ਪਰ ਵੀਰ ਦੀਆਂ ਕੁਝ ਕੁ ਕੁਦਰਤ ਨੇ ਆਪਣੇ ਤੋਂ ਥੋੜ੍ਹਾ ਜਿਹਾ ਵੱਖਾ ਵੀਰ। ਇੱਕ ਤਾਂ ਚਲੋ ਇਹ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ, ਕੁਦਰਤ ਨੇ ਇੱਕ ਤਾਂ ਵੀਰ ਦੇ ਹੱਥ ਤੁਸੀਂ ਦੇ ਚੁੱਕੇ, ਇਸੇ ਤਰ੍ਹਾਂ ਪੈਰ ਨੇ, ਪਰ ਜਿਹੜੀ ਵਕਾਲਤ ਕਰਦੇ ਨੇ ਆਫ ਕੈਮਰੇ ਮੈਂ ਗੱਲ ਕਰ ਰਿਹਾ ਸੀ, ਕਹਿੰਦੇ ਜਿਹੜਾ ਕੌਮੀ ਇਨਸਾਫ ਮੋਰਚਾ ਜਾਂ ਕੋਈ ਵੀ ਆਪਾਂ ਮੋਰਚਾ ਲਾਉਂਦੇ ਹਾਂ ਤਾਂ ਜਦੋਂ ਆਪਾਂ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਇੱਕ ਪੜ੍ਹੇ ਲਿਖੇ ਸੂਝਵਾਨ ਇਨਸਾਨ ਦੀ ਲੋੜ ਪੈਂਦੀ ਆ। ਤਾਂ ਵੀਰ ਦੀ ਜਿਹੜੀ ਵਕਾਲਤ ਵੀ ਕੰਮ ਆਵੇਗੀ ਵੀਰੇ, ਉਹ ਗੱਲ ਜ਼ਰੂਰ ਮੇਰੇ ਨਾਲ ਸਾਂਝੀ ਕਰ, ਕਿਉਂਕਿ ਆਪਾਂ ਆਫ ਕੈਮਰਾ ਉਹ ਗੱਲ ਕਰ ਰਹੇ ਸੀ, ਉਹ ਜ਼ਰੂਰ ਸਰੋਤਿਆਂ ਨੂੰ ਸਾਂਝੀ ਕਰੋ। ਕਿਹੜੀ ਵੀਰ ਜੀ ਤੁਹਾਡੀ? ਜਿਹੜੀ ਮੈਂ ਕਹਿ ਰਿਹਾ ਸੀ, ਤੁਸੀਂ ਕਹਿ ਰਹੇ ਸੀ ਡੈਕਸ ਤੇ ਜਦੋਂ ਲੋੜ ਪਵੇਗੀ ਉਹਨਾਂ ਵਿਦਵਾਨਾਂ ਦੀ ਲੋੜ ਪਵੇਗੀ, ਉਹਨਾਂ ਪੜ੍ਹੇ ਲਿਖੇ ਨੌਜਵਾਨਾਂ ਦੀ ਲੋੜ ਪਵੇਗੀ। ਵੀਰ ਜੀ ਇਹ ਗੱਲ ਹੋਣ ਦੀ ਨਹੀਂ, ਤੁਸੀਂ ਪੁਰਾਤਨ ਲੈ ਲਓ, ਮਹਾਰਾਜ 10ਵੇਂ ਪਾਤਸ਼ਾਹੀ ਦਾ ਸਮੇਂ ਲੈ ਲਓ, ਉਸ ਟਾਈਮ ਵੀ ਇੰਟੈਲੈਕਚੁਅਲ ਪਰਸਨ ਦੀ ਜ਼ਰੂਰਤ ਹੁੰਦੀ ਸੀ। ਕਈ ਵਾਰ ਜੰਗਾਂ ਹੋ ਜਾਂਦੀਆਂ ਸੀ ਸ਼ੁਰੂ ਵਿਦਵਾਨਾਂ ਦੀ, ਬਟ ਵਿਦਵਾਨਾਂ ਦੀ ਲੋੜ ਜਿਹੜੇ ਇੰਟੈਲੈਕਚੁਅਲ ਪਰਸਨੈਲਿਟੀ ਉਸ ਟਾਈਮ ਹੁੰਦੀਆਂ ਸੀ। ਜੰਗ ਤੋਂ ਪਹਿਲੇ ਇੱਕ ਐਸਾ ਦੌਰ ਆਉਂਦਾ ਸੀ ਕਿ ਮਹਾਰਾਜ ਸਾਹਿਬ ਕਹਿੰਦੇ ਸੀ ਨਹੀਂ ਗੱਲ ਬੈਠ ਕੇ ਕਰ ਲੈਂਦੇ ਆ। ਉਸ ਟਾਈਮ ਵੀ ਇੱਦਾਂ ਹੋਇਆ, ਟੇਬਲ ਟਾਕ ਹੁੰਦੀ ਸੀ। ਇਨ ਦਾ ਐਂਡ ਅਗਰ ਇਹ ਜੋ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਉਹਦੇ ਲਈ ਵੀ ਟੇਬਲ ਟਾਕ ਹੋਣੀ ਹੈ, ਇਹ ਤਾਂ ਸੁਭਾਵਿਕ ਹੈ, ਨੈਚੁਰਲ ਹੈ, ਕਿਉਂਕਿ ਆਪਾਂ ਕਹਿਣਾ ਨਹੀਂ ਚਾਹੀਦਾ ਚਲੋ ਸਾਡਾ ਸੰਵਿਧਾਨ ਸਾਡੇ ਲਈ ਤੇ ਸੰਵਿਧਾਨ ਨਹੀਂ ਹੈਗਾ ਅੱਜ ਦੀ ਡੇਟ 'ਚ, ਬਟ ਟੇਬਲ 'ਤੇ ਤੁਹਾਨੂੰ ਬਹਿਣਾ ਪਊਗਾ। ਤੁਹਾਨੂੰ ਇੱਥੇ ਸਕਾਲਰਸ ਵੀ ਚਾਹੀਦੇ ਹੈਗੇ ਨੇ, ਤੁਹਾਨੂੰ ਪ੍ਰੋਫੈਸਰਸ ਵੀ ਚਾਹੀਦੇ ਹੈਗੇ ਨੇ, ਤੁਹਾਨੂੰ ਐਡਵੋਕੇਟਸ ਵੀ ਚਾਹੀਦੇ ਹੈਗੇ ਨੇ ਜੋ ਸਾਡਾ ਕੇਸ ਰਿਪਰੈਜ਼ੈਂਟ ਕਰ ਸਕਣ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀਰ ਜੀ, UNO ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਅਸੀਂ ਆਪਣਾ ਕੇਸ ਆਪਣੇ ਤਰੀਕੇ ਨਾਲ ਪ੍ਰੈਜ਼ੈਂਟ ਨਹੀਂ ਕਰ ਸਕੇ। ਸਭ ਤੋਂ ਵੱਡੀ ਘਾਟ ਇਹੀ ਰਹੀ ਹੈ ਸਾਡੀ ਕੌਮ ਦੀ। ਬੇਸਿਕਲੀ ਕੀ ਰਿਹਾ ਇਹਦੇ 'ਚ, ਸਾਡੀ ਕੌਮ ਦੇ ਵਿੱਚ ਪੋਲੀਟੀਕਲ ਵੈਕਿਊਮ ਰਿਹਾ। ਇੱਕ ਪੋਲੀਟੀਕਲ ਹੁੰਦੀ ਹੈ, ਇੱਕ ਰਾਜਨੀਤੀ ਹੁੰਦੀ ਹੈ ਜਿਹੜੀ ਕੰਮਾਂ ਕਾਜਾਂ ਲਈ ਹੋ ਗਈ ਜਿੱਦਾਂ, ਇੱਕ ਹੁੰਦੀ ਹੈ ਧਾਰਮਿਕ ਰਾਜਨੀਤੀ ਜੀ। ਧਾਰਮਿਕ ਰਾਜਨੀਤੀ ਆਪਾਂ ਸਿਰਫ ਧਰਮ ਦੇ ਨਾਲ ਚੱਲੇ ਹਾਂ, ਆਪਾਂ ਉਹਨੂੰ ਲੀਗਲਾਈਜ਼ ਤਰੀਕੇ ਨਾਲ ਪੋਲੀਟਿਕਸ ਨਹੀਂ ਕੀਤੀ ਉਹਦੇ ਵਿੱਚ, ਕਿ ਆਪਾਂ ਜਿਹੜਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ ਆਪਾਂ ਹਿਊਮਨ ਰਾਈਟਸ ਦੇ ਵਿੱਚ ਨਹੀਂ ਚੱਕਿਆ ਗਿਆ ਤਰੀਕੇ ਨਾਲ ਸਾਡੇ ਤੋਂ, ਆਪਾਂ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕੇ ਤਰੀਕੇ ਨਾਲ। ਆਹੀ ਹੈ ਵੀਰ ਜੀ ਬੇਸਿਕਲੀ ਗੱਲ ਇਹ ਹੈ ਕਿ ਇਹਦੇ 'ਚ ਮੈਂ ਕਹਿਣਾ, ਚਲੋ ਤੁਹਾਡੀ ਤਰਫੋਂ ਇੱਕ ਸੁਜੈਸ਼ਨ ਨਹੀਂ, ਅਸੀਂ ਗੁਰੂ ਘਰ ਦੇ ਕੁੱਕਰ ਹਾਂ, ਅਸੀਂ ਸੁਜੈਸ਼ਨ ਨਹੀਂ ਕਰ ਸਕਦੇ ਹਾਂ ਕਿ ਜਿੱਦਾਂ ਇਹ ਮੋਰਚਾ ਲੱਗਾ ਹੋਇਆ ਇਹਦੇ ਵਿੱਚ ਇੱਕ ਅਲੱਗ-ਅਲੱਗ ਤਰੀਕੇ ਦੀ, ਮੈਂ ਤਾਂ ਕਹਿੰਦਾ ਜਿੱਦਾਂ ਸਿਕਿਉਰਿਟੀ ਲਈ ਵੀ ਇੱਕ ਟੀਮ ਬਣਾਈ ਜਾਵੇ, ਲੀਗਲ ਤਰੀਕੇ ਲਈ ਵੀ ਇੱਕ ਟੀਮ ਬਣਾਈ ਜਾਵੇ, ਮੀਡੀਆ ਪਰਸਨ ਨੂੰ ਰਿਪਰੈਜ਼ੈਂਟ ਕਰਨ ਲਈ ਵੀ ਇੱਕ ਟੀਮ ਬਣਾਈ ਜਾਵੇ। ਹਰ ਖਿੱਤਾ ਸਾਨੂੰ ਚਾਹੀਦਾ, ਕਿਉਂਕਿ ਟੇਬਲ ਟਾਕ ਟੇਬਲ ਟਾਕ ਤਾਂ ਹੋਣੀ ਹੈ। ਤੁਸੀਂ ਵੀ ਜਾਣਦੇ ਹੋ ਟੇਬਲ ਟਾਕ ਦੇ ਬਿਨਾਂ ਤਾਂ ਗੱਲ ਬਣਨੀ ਨਹੀਂ ਹੈ, ਠੀਕ ਹੈ ਨਾ। ਆਪਾਂ ਕਦ ਤੱਕ ਮੋਰਚੇ ਲਾਉਂਦੇ ਰਹਾਂਗੇ। ਅੱਛਾ ਬਿਲਕੁਲ ਵੀਰੇ, ਟੇਬਲ ਦੀ ਗੱਲ ਆ ਚੁੱਕੀ ਆ, ਕਾਨੂੰਨ ਦੀ ਗੱਲ ਆ ਚੁੱਕੀ ਆ। ਜਿਹੜੀ ਦਿੱਕਤ ਪੈ ਰਹੀ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਦਿੱਕਤ ਕਿੱਥੇ ਪੈ ਰਹੀ ਆ, ਕਿਉਂ ਪੈ ਰਹੀ ਆ? ਵੀਰ ਜੀ ਪਿੱਛੇ ਜੇ ਨਾ ਸੁਪਰੀਮ ਕੋਰਟ ਦਾ ਇੱਕ ਵਰਡਿਕਟ ਆਇਆ ਸੀ ਜੀ, ਟੋਟਲ ਪੰਜਾਬ ਲਈ ਨਹੀਂ ਵਰਡਿਕਟ, ਪੂਰੇ ਇੰਡੀਆ ਲਈ ਵਰਡਿਕਟ ਸੀ ਕਿ ਜਿੰਨੇ ਵੀ ਬੰਦੀ ਸਿੰਘ ਹੈਗੇ ਨੇ ਜਿਹੜੀ ਆਪਣੀ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤੁਸੀਂ ਰਿਹਾ ਕਰੋ। ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ ਕਿ ਪੂਰੇ ਇੰਡੀਆ 'ਚ ਇਹ ਐਪਲੀਕੇਬਲ ਹੋ ਗਿਆ ਪੰਜਾਬ ਨੂੰ ਛੱਡ ਕੇ। ਯੂਪੀ ਦੇ ਜਿਹੜੇ ਬੰਦੀ ਸੀ
ਅਦਰ ਦੈਨ 6 ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਗੋਦਰਾ ਕਾਂਡ ਜਿਹੜਾ 2002 ਦੇ ਵਿੱਚ ਹੁੰਦਾ ਗਿਆ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਪਤਾ ਨਹੀਂ ਸਰਕਾਰਾਂ ਨੂੰ ਜਾਂ ਕੋਟਾਂ ਨੂੰ ਕਿਸ ਬਾਨੋਂ ਦੇ ਹਾਂ ਉਹ ਵੀ ਦੇਖ ਲਓ 2002 ਦੀ ਗੱਲ ਹੈ ਉਹ ਤਾਂ ਆਪਾਂ ਸਾਡੇ ਵਾਲੇ 1995 ਦੇ ਬੈਠੇ ਨੇ। ਇੱਕ ਸਿੰਘ ਐਸਾ ਵੀ ਜਿਹੜਾ 42 ਸਾਲ ਤੋਂ ਜੇਲ੍ਹ ਵਿੱਚ ਬੈਠਾ ਹੋਇਆ ਬਟ ਪਤਾ ਨਹੀਂ ਸਰਕਾਰਾਂ ਦੀਆਂ ਅੱਖਾਂ ਕਿਉਂ ਮੁੱਝ ਜਾਂਦੀਆਂ ਸਾਡੇ ਬਾਕੀ ਤੇ ਸਾਡਾ ਸਮੇਂ ਆਉਂਦਾ ਪਤਾ ਨਹੀਂ ਕੀ ਹੋ ਜਾਂਦਾ ਸਰਕਾਰਾਂ ਨੂੰ। ਅੱਛਾ ਮੈਂ ਵੀਰੇ ਗੱਲ 'ਚ ਤਾਂ ਰੋਕ ਰਿਹਾ, ਕਾਨੂੰਨ ਦੇ ਤੁਸੀਂ ਵਕੀਲ ਹੋ ਨਾ, ਕਾਨੂੰਨ ਦੇ ਇੱਕ ਸਰਕਾਰ ਦੇ ਜਾਂ ਆਪਾਂ ਕਹਿ ਦਈਏ ਵਕਾਲਤ ਪੜ੍ਹੀ ਆ ਤੇ ਤੁਸੀਂ ਆਪਣੇ ਹੀ ਸੰਵਿਧਾਨ ਦੀ ਉਹ ਬੁੱਕ ਤੇ ਅੱਜ ਸਵਾਲ ਖੜਾ ਕੀਤਾ ਕਿਉਂਕਿ ਵਕਾਲਤ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਕਹਿ ਦਿੰਦੇ ਆ ਵੀ ਵਕਾਲਤ ਸਰਵਉੱਚ ਅਦਾਲਤ ਹੈ ਨਾ, ਤਾਂ ਉੱਥੇ ਹੀ ਜਿਹੜੀ ਸਿੱਖ ਸੰਗਤ ਆ ਇਹ ਕਹਿੰਦੀ ਵੀ ਸਿੱਖਾਂ ਦੇ ਲਈ ਕੁਝ ਹੋਰ ਆ ਤੇ ਜਿਹੜੀ ਪੰਜਾਬ ਜਾਂ ਭਾਰਤ ਦੀ ਆਵਾਮ ਆ ਉਹਨਾਂ ਦੇ ਲਈ ਕੁਝ ਹੋਰ ਆ। ਤੁਸੀਂ ਲਾਈਵ ਐਗਜ਼ਾਮਪਲ ਦੇਖ ਤੋ ਸੌਦਾ ਸਾਧ ਦੀ ਇਸ ਵਿਧੀ ਸਾਲ ਦੇ ਵਿੱਚ 3-4 ਵਾਰੀ ਆ ਗਿਆ। ਉਹ ਬਰਥਡੇ ਬਣਾਉਣ ਵੀ ਪੈਰੋਲ ਤੇ ਆ ਜਾਂਦਾ, ਕਿਰਪਾਨ ਦੇ ਨਾਲ ਕੇਕ ਕੱਟਦਾ, ਕਿਰਪਾਨ ਦੇ ਨਾਲ ਕੇਕ ਕੱਟਦਾ, ਬਰਥਡੇ ਬਣਾਉਣ ਵੀ ਪੈਰੋਲ ਮਿਲ ਜਾਂਦੀ ਉਹਨੂੰ। ਉੱਥੇ ਬਹਿ ਕੇ ਬਰਥਡੇ ਨਹੀਂ ਬਣਾ ਸਕਦਾ। ਸਾਡੇ ਵਾਲਿਆਂ ਨੂੰ ਤਾਂ ਕਿਤੇ ਕਿਸੇ ਦੀ ਡੈਥ ਹੋ ਜਾਏ ਜਾਂ ਕੁਝ ਵੀ ਤਾਂ ਵੀ ਪੈਰੋਲ ਨਹੀਂ ਮਿਲਦੀ। ਇਹ ਤਾਂ ਇਨਸਾਫ ਧੋਖਾ ਹੀ ਹੈ, ਛਲ ਹੀ ਹੋ ਰਿਹਾ ਸਿੱਖਾਂ ਦੇ ਨਾਲ। ਕਾਨੂੰਨ ਨਾਮ ਨਹੀਂ ਤਾਂ ਕੋਈ ਚੀਜ਼ ਨਹੀਂ ਹੈ। ਹਿਊਮਨ ਰਾਈਟਸ ਕੋਈ ਮਿਨੋਰਟੀ ਲਈ, ਮੈਂ ਨਹੀਂ ਕਹੂੰਗਾ ਸਿੱਖਾਂ ਲਈ। ਤੁਸੀਂ ਕਸ਼ਮੀਰ ਦਾ ਹਾਲ ਦੇਖ ਲਓ, ਸਰਕਾਰਾਂ ਦਾ ਜੋ ਬਸ ਚੱਲੇ ਤੋਂ ਕੀ ਕਰ ਰਹੀ ਆ। ਜਿਹੜਾ ਕਸ਼ਮੀਰ ਦੇ ਵਿੱਚ ਹੋ ਰਿਹਾ ਉਹ ਨੈਸ਼ਨਲ ਮੀਡੀਆ ਇੱਕ ਟਰਾਇਲ ਕਰ ਰਿਹਾ, ਲੋਕਲ ਮੀਡੀਆ ਦਾ ਆਵਾਜ਼ ਚੱਕੀ ਨਹੀਂ ਜਾਣ ਦਿੰਦੇ ਉੱਥੇ। ਤੁਸੀਂ ਦੇਖ ਲਓ ਇਹ ਹਾਲ ਸਾਡਾ ਪੰਜਾਬ 'ਚ ਵੀ ਹੋ ਰਿਹਾ, ਹੋਣਾ ਵੀ ਹੈ ਅੱਗੇ ਕਿਉਂਕਿ ਚਲੋ ਜਿਹੜੀ ਪੰਜਾਬੀ ਕੌਮ ਉਹ ਜੀਕਦੀ ਜਾਦੀ ਕੌਮ ਹੈ। ਹੁਣ ਤਾਂ ਇੱਥੇ ਕਿਸੇ ਨੂੰ ਵੀ ਆਪਣਾ ਸਰਾਹ ਦਿੱਤੀ ਨਹੀਂ, ਹਰ ਬੰਦੇ ਨੂੰ ਨੱਥ ਪਾ ਕੇ ਰੱਖੀ ਹੈ। ਬਾਕੀ ਤੁਸੀਂ ਦੇਖ ਲਓ, ਬਾਕੀ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਭਾਜੀ ਕਲੀਅਰ ਕੱਟ ਕਰਦਾ, ਜਿਹੜੀ ਕਾਨੂੰਨ ਵਿਵਸਥਾ ਹੈ ਸਾਡੀ ਉਹਦੇ 'ਚ ਸਾਰੀ ਕੰਟਰੋਲ ਹੋ ਰਹੀ ਹੈ ਨਾਗਪੁਰ ਤੋਂ। ਸਿੱਧਾ ਕਲੀਅਰ ਹੈ, ਨਾਗਪੁਰ ਤੋਂ ਕੰਟਰੋਲ ਹੋ ਰਹੀ ਅੱਜ ਦੀ ਡੇਟ। ਤੁਸੀਂ ਦੇਖ ਸਕਦੇ ਹੋ। ਇਹ ਤੁਸੀਂ ਪੂਰੇ ਇਰਾਦੇ ਨਾਲ ਕਹਿੰਦੇ ਹੋ ਬਾਬਾ ਜੀ, ਸਾਹਮਣੇ ਤੁਹਾਡੇ ਐਗਜ਼ਾਮਪਲ ਹੈ। ਸੌਦਾ ਸਾਧ ਨੂੰ 3 ਵਾਰੀ ਪੈਰੋਲ ਮਿਲ ਜਾਂਦੀ ਹੈ। ਸਾਡੇ ਵਾਲੇ ਉਹਨਾਂ ਨੂੰ ਟਰਾਇਲ ਨਹੀਂ ਹੋਣ ਦਿੰਦੇ, ਉਹਨਾਂ ਨੂੰ ਕੋਰਟ ਪੇਸ਼ ਨਹੀਂ ਪੇਸ਼ ਹੋਣ ਦਿੰਦੇ। ਪੰਚਕੂਲਾ ਦੇ ਵਿੱਚ 14 ਬੰਦੇ ਮਰ ਜਾਂਦੇ ਬਾਬਾ ਜੀ ਸੌਦਾ ਸਾਧ ਨੂੰ ਗ੍ਰਿਫਤਾਰ ਕਰਨ ਦੀ। ਡੈਟ ਮੀਨ ਕਿ ਉਹ ਉਹਨਾਂ ਨਾਲ ਲਿੰਕਡ ਕੀਤਾ ਜਾਣਾ ਚਾਹੀਦਾ। 300 ਤੋਂ ਉਹਨਾਂ 'ਤੇ ਲੱਗਣੀ ਚਾਹੀਦੀ ਸੀ ਕਿਉਂਕਿ ਡਿਊ ਟੂ ਦਿਸ ਪਰਸਨ ਉਹ ਬੰਦੇ ਹਾਲਾਤ ਹੋਏ ਨੇ ਉੱਥੇ। ਤਿਹਾੜ ਜੇਲ੍ਹ ਦੀ ਗੱਲ ਕਰਦੇ ਹਾਂ, ਤਿਹਾੜ ਜਿਹੜੀ ਜੇਲ੍ਹ ਆ ਤੇ ਉੱਥੋਂ ਜਿਹੜੀ ਆਪਣੀ ਚੰਡੀਗੜ੍ਹ ਦੀ ਵੜੈਲ ਜੇਲ੍ਹ ਆ, ਕੁਝ ਕੁ ਸਿੰਘ ਇੱਥੇ ਆਉਣੇ ਸੀ ਤੇ ਉਹ ਵੀ ਰੋਕ ਦਿੱਤੇ ਗਏ ਉਰੇ ਪੰਜਾਬ ਦੇ ਵਿੱਚ। ਨਹੀਂ ਬਈ ਪੰਜਾਬ 'ਚ ਨਹੀਂ ਉਹ ਲੈ ਕੇ ਆਉਣੇ। ਕੁਝ ਕੁ ਸਿੰਘ ਸੀਗੇ, ਮੈਂ ਉਹਨਾਂ ਦੇ ਨਾਮ ਨਹੀਂ ਜਾਣਦਾ, ਤਿਹਾੜ ਜੇਲ੍ਹ ਦੇ ਵਿੱਚ ਸੀਗੇ, ਉਹ ਕੈਦ ਕੱਟ ਰਹੇ ਨੇ, ਜੋ ਸਜ਼ਾ ਮਿਲੀ ਉਹ ਕੱਟ ਰਹੇ ਨੇ। ਤੇ ਸਰਕਾਰ ਵਕੀਲ ਨੇ ਜਾਂ ਸਿੰਘਾਂ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਕਿਹਾ ਵੀ ਪੰਜਾਬ 'ਚ ਜਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਵੜੈਲ ਜੇਲ੍ਹ ਆ ਉੱਥੇ ਲਿਆ ਜਾਵੇ, ਪਰ ਉਹਨਾਂ ਦੀ ਉੱਥੇ ਵੀ ਪਾਬੰਦੀ ਲਾ ਦਿੱਤੀ। ਪਤਾ ਨਹੀਂ ਕੀ ਐਸਾ ਖਤਰਾ ਇਹਨਾਂ ਨੂੰ। ਤੁਸੀਂ ਤੁਸੀਂ ਵੀ ਮੀਡੀਆ ਦਾ ਕੰਮ ਕਰਦੇ ਹੋ, ਤੁਹਾਨੂੰ ਇੱਕ ਗੱਲ ਪਤਾ ਹੋਣੀ ਚਾਹੀਦੀ ਹੈ। ਜਿਹੜੇ ਵੱਡੇ ਵੱਡੇ ਗੈਂਗਸਟਰ ਨੇ ਉਹ ਜੇਲ੍ਹਾਂ ਦੇ ਵਿੱਚ ਬੈਠ ਕੇ ਰਨ ਕਰਦੇ, ਬਾਹਰ ਦੇ ਕੋਈ ਬੰਦਾ ਮਰਵਾ ਦਿੰਦੇ ਕੁਝ। ਤੁਸੀਂ ਅੱਜ ਤੱਕ ਦੱਸ ਦਿਓ ਸਾਡੇ ਬੰਦੀ ਸਿੰਘਾਂ ਨੇ ਕੀ ਕੀਤਾ ਉੱਥੇ ਬੈਠ ਕੇ? ਕੋਈ ਐਸਾ ਬਾਹਰ ਕੁਝ ਕਰਨ ਹੋਇਆ, ਕੁਝ ਲੱਗਾ ਤੁਹਾਨੂੰ ਪਤਾ? ਉਹਨਾਂ ਨੂੰ ਪਤਾ ਨਹੀਂ ਕੀ ਖਤਰਾ ਪਿਆ ਹੋਇਆ ਜਿਹੜਾ ਬਾਹਰ ਆ ਕੇ ਉਹਨਾਂ ਨੂੰ ਪਤਾ ਨਹੀਂ ਕੀ ਹੋ ਜਾਣਾ। ਗੈਂਗਸਟਰਾਂ ਦੀ ਗੱਲ ਕਰਦਾ, ਕੇਂਦਰੀ ਜੇਲ੍ਹ ਫਰੀਦਕੋਟ, ਕੇਂਦਰੀ ਜੇਲ੍ਹ ਨਾਭਾ ਸੁਧਾਰ ਕਰ ਕਹਿ ਜਾਂਦੇ ਨੇ, ਪਰ ਉੱਥੋਂ ਰੋਜ਼ ਫੋਨ ਮਿਲ ਰਹੇ ਨੇ, ਰੋਜ਼ ਧਮਕੀ ਭਰੇ ਫੋਨ ਵੀ ਆ ਰਹੇ ਨੇ। ਤੇ ਇਹ ਜਿਵੇਂ ਤੁਸੀਂ ਗੱਲ ਬਿਲਕੁਲ ਕਹੀ ਆ, ਬੰਦੀ ਸਿੰਘਾਂ ਵੱਲੋਂ ਤਾਂ ਹਜੇ ਤੱਕ ਇੱਕ ਸਿਰਫ ਭਾਈ ਜਗਤਾਰ ਸਿੰਘ ਹਵਾਰੇ ਦੀ ਕੱਲ ਪਰਸੋਂ ਚਿੱਠੀ ਆਈ ਆ ਜਿਹਦੇ ਵਿੱਚ ਉਹਨਾਂ ਨੇ 4 ਮੰਗਾਂ ਲਿਖੀਆਂ। ਭਾਈ ਵੀ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਉਹ ਮੰਗਾਂ 'ਤੇ ਹੋਵੇ, ਨਾ ਕਿ ਕੋਈ ਹੋਰ ਮੰਗ ਜੋੜੀ ਜਾਵੇ। ਪਰ ਉੱਥੇ ਤੁਸੀਂ ਗੈਂਗਸਟਰਾਂ ਦੀ ਗੱਲ ਕੀਤੀ, ਉਹ ਜੇਲ੍ਹਾਂ ਦੇ ਵਿੱਚ ਪੰਜਾਬ ਨੂੰ ਧਮਕਾ ਰਹੇ ਨੇ, ਡਰਾ ਰਹੇ ਨੇ। ਤੁਸੀਂ ਦੇਖ ਲਓ, ਤੁਹਾਡੇ ਸਾਹਮਣੇ ਹੀ ਆ। ਸਾਡੇ ਬੰਦੀ ਸਿੰਘਾਂ ਨੇ ਕਦੇ ਕਿਸੇ ਨੂੰ ਧਮਕਾਇਆ ਨਹੀਂ। ਉਹਨਾਂ ਨੇ ਇਹੀ ਗੱਲ ਕਹੀ ਹੋਈ, ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਆਹੀ ਗੱਲ ਕਹੀ ਹੋਏਗੀ, ਨਸ਼ੇ ਛੱਡੋ, ਇਹੀ ਗੱਲ ਕਹੀ ਹੋਗੀ। ਤੁਸੀਂ ਦੇਖਦੇ ਹੋ ਗੈਂਗਸਟਰਾਂ ਨੂੰ ਤੁਸੀਂ ਆਪਣਾ ਜਵਾਈ ਬਣਾ ਕੇ ਰੱਖਿਆ ਹੋਇਆ। ਉਹਨਾਂ ਨੂੰ ਪੈਰੋਲ ਤੇ ਪੈਰੋਲ ਕਿਤੇ ਚੰਡੀਗੜ੍ਹ ਛੱਡ ਦਿੰਦੇ, ਕਿਤੇ ਕਿੱਥੇ ਛੱਡ ਦਿੰਦੇ। ਬਟ ਸਾਡੇ ਵਾਲੇ ਕਹਿੰਦੇ ਉਹ ਆਪਣੇ ਪੰਜਾਬ ਦੇ ਰਹਿਣ ਵਾਲੇ ਨੇ, ਉਹ ਇੱਥੇ ਨਹੀਂ ਆ ਸਕਦੇ, ਮੈਂ ਟਰਾਇਲ ਹੀ ਨਹੀਂ ਕਰਨਾ ਆ ਸਕਦੇ। ਇਹ ਤਾਂ ਧੱਕੇਸ਼ਾਹੀ ਹੋ ਗਈ ਵੀਰ ਜੀ। ਅੱਛਾ, ਗੈਂਗਸਟਰਾਂ ਦੀ ਵੀਰੇ ਇੱਕ ਗੱਲ ਹੋਰ ਆ ਵਕੀਲ ਸਾਹਿਬ ਜੀ, ਜਿਹੜੀ ਮਾਂ ਬਿਲਕਰੀ ਆ, ਪਿਓ ਬਿਲਕ ਰਿਹਾ ਸਿੱਧੂ ਮੂਸੇਵਾਲੇ ਦਾ, ਹੈ ਨਾ, ਉਹ ਉਹਨਾਂ ਦੀ ਜਨਤੀ ਕਹਿ ਰਹੀ ਆ ਵੀ ਉਹਨਾਂ ਨੂੰ ਇਨਸਾਫ ਮਿਲੇ, ਉਹ ਵੀ ਬਿਲਕ ਰਹੇ ਨੇ। ਉਹਨਾਂ ਬਾਰੇ ਜ਼ਰੂਰ ਕੋਈ ਤੁਹਾਡਾ ਕੀ ਕਹਿਣਾ ਉਹਨਾਂ ਬਾਰੇ? ਬਾਬਾ ਜੀ, ਇਹ ਤਾਂ ਇਟਸ ਅ ਫੇਲਰ ਆਫ ਟੋਟਲ ਮੈਨੇਜਮੈਂਟ ਫੇਲਰ ਹੈ, ਸਰਕਾਰ ਦਾ ਫੇਲੀਅਰ ਹੈ। ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਇੱਕ ਤਰਕ ਦੇ ਦੇਣਾ ਛੋਟਾ ਜਿਹਾ ਜੀ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਦਾ ਤਰਕ ਨਾਲ ਤੁਹਾਨੂੰ ਐਗਜ਼ਾਮਪਲ ਸੈੱਟ ਕਰ ਦੇਣਾ। ਪੰਜਾਬ ਦੇ ਵਿੱਚ ਹੀ ਕਿਉਂ ਬੇਅਦਬੀ ਹੁੰਦੀ ਹੈ? ਜੰਮੂ ਦੇ ਵਿੱਚ ਵੀ ਤਾਂ ਸਿੱਖ ਰਹਿੰਦੇ ਨੇ, ਯੂਪੀ ਦੇ ਵਿੱਚ ਵੀ ਸਿੱਖ ਰਹਿੰਦੇ ਨੇ। ਤੁਸੀਂ ਇਹ ਗੱਲ ਨੂੰ ਥੋੜਾ ਦਿਮਾਗ 'ਚ ਥੋੜਾ ਘੋਲ ਕਰਕੇ ਦੇਖਣਾ ਕਿ ਪੰਜਾਬ ਦੇ ਵਿੱਚ ਹੀ ਕਿਉਂ ਬੇਅਦਬੀ ਹੁੰਦੀ ਹੈ। ਇਹ ਸਾਰੀ ਰਾਜਨੀਤੀ ਹੈ। ਜਿਹੜੇ ਸਾਡੇ ਸਿੰਘ ਵੀ ਅੰਦਰ ਹੈਗੇ ਨੇ, ਕਾਨੂੰਨ ਦੀ ਗੱਲ ਛੱਡ ਦਿਓ, ਇਹ ਓਨਲੀ ਡਿਊ ਟੂ ਪੋਲੀਟਿਕਸ ਸਾਰੇ ਅੰਦਰ ਨੇ ਬਾਬਾ ਜੀ। ਉਹਨਾਂ ਨੂੰ ਪਤਾ ਕਿ ਅਗਰ ਉਹ ਬਾਹਰ ਆ ਗਏ ਸਾਡਾ ਦਾਲ ਪਾਣੀ ਬੰਦ ਹੋ ਜਾਣਾ, ਸਾਡਾ ਹੁੱਕਾ ਪਾਣੀ ਬੰਦ ਹੋ ਜਾਣਾ। ਬਸ ਇਹੀ ਖਤਰਾ ਉਹਨਾਂ ਨੂੰ, ਆਪਣੀ ਹੋਂਦ ਦਾ ਖਤਰਾ ਹੈ।
ਬਟ ਕਹਿੰਦੇ ਨਾ 100 ਦਿਨ ਚੋਰ ਦੇ ਇੱਕ ਦਿਨ ਸਾਧ ਦਾ, ਉਹ ਆਊਗਾ, ਜਲਦੀ ਸਮਾਂ ਆਊਗਾ ਬਾਬਾ ਜੀ। ਬਿਲਕੁਲ। ਔਰ ਇੱਕ ਗੱਲ ਵੀਰੇ, ਜਗਤਾਰ ਸਿੰਘ ਹਵਾਰੇ ਦੇ ਜਥੇਦਾਰ ਦੇ ਨਾਲ ਜੋੜ ਕੇ, ਜਥੇਦਾਰ ਸਿੱਖ ਕੌਮ ਦੇ ਵੱਲੋਂ ਚੁਣਿਆ ਗਿਆ ਤੇ ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਹਰਪ੍ਰੀਤ ਸਿੰਘ ਨੇ ਰਿਹਾਈ ਹੋਵੇਗੀ, ਮੰਨ ਲਓ ਰਿਹਾਈ ਹੋ ਚੁੱਕੀ ਆ, ਤਾਂ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਹਰਪ੍ਰੀਤ ਸਿੰਘ, ਤਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਚੋਣ ਹੋਵੇਗੀ ਜਾਂ ਫਿਰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਚੁਣਿਆ ਜਾਵੇਗਾ? ਮੈਂ ਤਾਂ ਇਨ ਸ਼ਾਰਟ ਕਹਿ ਦਿੰਦਾ ਕਿ ਉਹ ਸਰਕਾਰੀ ਜਥੇਦਾਰ ਨੇ, ਤੇ ਭਾਈ ਹਵਾਰਾ ਜੀ ਕੌਮ ਦੇ ਜਥੇਦਾਰ ਨੂੰ 10 ਲੱਖ ਬੰਦੇ ਨੇ ਚੁਣਿਆ ਹੋਇਆ। ਅਗਰ ਉਹ ਚਾਹੁੰਦੇ ਨੇ ਕਿ VOTING ਹੀ ਕਰਵਾਉਣੀ ਤਾਂ VOTING ਕਰਾ ਕੇ ਵੀ ਦੇਖ ਲੈਣ। ਚਲੋ VOTING ਕਰਾਉਣਾ ਇੱਕ ਸੰਵਿਧਾਨਿਕ ਹੋ ਜਾਏਗਾ, ਬਟ ਤੁਸੀਂ ਆਖੋ ਕਿ ਅਸੀਂ ਜਥੇਦਾਰ ਸਾਹਿਬ ਨੂੰ, ਹਵਾਰਾ ਜੀ ਨੂੰ ਹੀ ਮੰਨਣੇ ਆ, ਉਹ ਤਾਂ ਸਰਕਾਰੀ ਜਥੇਦਾਰ, ਸੈਲਰੀ ਲੈਣ ਵਾਲੇ ਜਥੇਦਾਰ ਨਾ, ਆਪਾਂ ਉਹ ਨਹੀਂ ਜਥੇਦਾਰ ਚਾਹੀਦੇ। ਹਾਂਜੀ, ਹਜੇ ਵੀ ਨਾਰਾਜ਼ ਨੇ ਲੋਕ ਜਿਹੜੀ ਸ਼੍ਰੋਮਣੀ ਕਮੇਟੀ ਤੋਂ, ਸ਼੍ਰੋਮਣੀ ਅਦਾਰੇ ਤੋਂ। ਬਾਬਾ ਜੀ ਅੱਜ ਵੀ ਸਮੇਂ ਐਸਾ ਹੈ ਕਿ ਉਹ ਆ ਕੇ ਮਾਫੀ ਮੰਗ ਲੈਣ, ਮੀਡੀਆ ਤੇ ਹੀ ਮੰਗ ਲੈਣ ਕਿ ਅਸੀਂ ਕੌਮ ਤੋਂ ਮਾਫੀ ਮੰਗਦੇ ਹਾਂ, ਕੌਮ ਫਿਰ ਵੀ ਮਾਫ ਕਰ ਦੇ, ਕਿਉਂਕਿ ਸਿੱਖ ਕੌਮ ਬੜੀ ਸੈਂਟੀਮੈਂਟਲ ਕੌਮ ਹੈ। ਬੜੇ ਲੋਕੀ ਤੁਸੀਂ ਕਹਿ ਸਕਦੇ ਹੋ ਕਿ ਇਹਦੀ ਜਿੰਨੀ ਸੈਂਟੀਮੈਂਟਲ ਕੌਮ ਕੋਈ ਨਹੀਂ ਹੈ, ਕਿਉਂਕਿ ਅੱਜ ਵੀ ਉਹ ਮੀਡੀਆ ਤੇ ਹੀ ਕਹਿ ਦੇਣ ਕਿ ਅਸੀਂ ਮਾਫੀ ਮੰਗਦੇ ਹਾਂ, ਫਿਰ ਵੀ ਮਾਫ ਕਰ ਦਿਓ ਇਹ ਕੌਮ, ਬਟ ਅੱਜ ਤੱਕ ਵੀ ਉਹਨਾਂ ਦੀ ਅੱਖਾਂ 'ਚ ਇੱਦਾਂ ਹੱਥ, ਮਤਲਬ ਕਿ ਤੁਸੀਂ ਜਵਾਨ 'ਚ ਐਸਾ ਵਰਡ ਨਹੀਂ ਸੁਣ ਸਕਦੇ ਕਿ ਨਹੀਂ ਬਈ ਅਸੀਂ ਗਲਤ ਕੀਤਾ, ਉਹ ਕਹਿੰਦੇ ਆਪਾਂ ਗਲਤ ਹੈ ਹੀ ਨਹੀਂ ਹੈ। ਅੱਛਾ, ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਘੇਰਿਆ ਜਾ ਰਿਹਾ, ਔਰ ਮਾਨ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ, ਕੇਜਰੀਵਾਲ ਦੀ ਸਰਕਾਰ ਦਿੱਲੀ ਦੇ ਵਿੱਚ ਆ, ਇੱਕੋ ਸਰਕਾਰਾਂ ਨੇ, ਇੱਕੋ ਪਾਰਟੀ ਆ, ਤੇ ਉਹ ਕਹਿੰਦੇ ਪ੍ਰੋਫੈਸਰ ਦਵਿੰਦਰਪਾਲ ਦੀ ਜਿਹੜੀ ਰਿਹਾਈ ਆ ਉਹ ਸਿਰਫ ਦਿੱਲੀ ਸਰਕਾਰ ਕਰਕੇ ਰੁਕੀ ਹੈ, ਸਿੱਖ ਜਥੇਬੰਦੀਆਂ ਕਹਿ ਰਹੀਆਂ ਨੇ, ਉਹਦੇ ਬਾਰੇ ਕੀ ਕਹਿਣਾ? ਮੈਂ ਤੁਹਾਨੂੰ ਇੱਕ ਲੀਗਲ ਟਰਮ ਦੇ ਦਿੰਦਾ ਛੋਟੀ ਜੀ। ਦਿੱਲੀ ਇੱਕ ਯੂਟੀ ਹੈ, ਮੈਂ ਕੋਈ ਆਮ ਆਦਮੀ ਦਾ ਬੰਦਾ ਨਹੀਂ ਹੈ, ਨਾ ਮੈਂ ਬਾਦਲ ਦਾ, ਨਾ ਕਾਂਗਰਸ ਦਾ, ਸਾਡੀ ਅਸੀਂ ਅੱਕ ਚੁੱਕੇ ਹਾਂ ਨਾ ਤੋਂ, ਠੀਕ ਹੈ। ਬਟ ਉਹਦੇ 'ਚ ਜਿੱਦਾਂ ਤੇ ਮੇਰਾ ਨੌਲੇਜ ਕਹਿੰਦਾ ਜਾਂ ਮੇਰਾ ਐਕਸਪੀਰੀਅੰਸ ਕਹਿੰਦਾ, ਉਹਦੇ 'ਚ ਦਿੱਲੀ ਸਰਕਾਰ ਦਾ ਹੱਥ ਘੱਟ ਹੁੰਦਾ, ਕਿਉਂਕਿ ਜਿਹੜਾ ਹੋਮਸ ਕੰਟਰੋਲ ਹੈ ਨਾ, ਉਹ ਜਿਹੜਾ ਵੀ ਉੱਥੇ ਦਾ ਹੋਮ ਮਿਨਿਸਟਰ ਆਫ ਇੰਡੀਆ ਹੋਏਗਾ ਉਹਦਾ ਹੋਣਾ ਹੈ। ਦਿੱਲੀ ਕੋਲ ਹੋਮਸ ਕੰਟਰੋਲ ਨਹੀਂ ਹੈਗਾ। ਇਨ ਦਾ ਐਂਡ ਗੱਲ ਸੈਂਟਰ ਤੇ ਆ ਜਾਂਦੀ ਹੈ। ਓਕੇ, ਇਹਦੇ ਵਿੱਚ ਜਨਤੀ ਮੁੱਕਦੀ ਗੱਲ ਆ, ਇਹਦੇ 'ਚ ਸੈਂਟਰ ਦੀ ਗੱਲ ਆ ਜਾਂਦੀ ਹੈ ਤੇ ਭਗਵੰਤ ਮਾਨ ਦੀ ਗੱਲ ਆ ਜਾਂਦੀ ਹੈ, ਕਿਉਂਕਿ ਭਗਵੰਤ ਮਾਨ ਕੋਲ ਆਪਣਾ ਹੋਮਸ ਕੰਟਰੋਲ ਹੈਗਾ, ਸਿਕਿਉਰਿਟੀ ਜਿਹੜਾ ਪੁਲਿਸ ਦਾ ਕੰਟਰੋਲ ਕੋਲ ਹੈਗਾ। ਅੱਛਾ ਜੀ। ਤੇ ਪਰ ਦਿੱਲੀ ਸਰਕਾਰ ਕੋਲ ਜਿਵੇਂ ਜਿਹੜਾ ਸਵਾਲ ਜਾਂ ਉਂਗਲ ਖੜੀ ਕੀਤੀ ਜਾਂਦੀ ਹੈ ਕੇਜਰੀਵਾਲ ਤੇ, ਤਾਂ ਡਿਊਟੀ ਆ ਜਿੱਦਾਂ ਚੰਡੀਗੜ੍ਹ ਆ, ਹੈ ਨਾ, ਉਸੇ ਤਰ੍ਹਾਂ ਉਹ ਜਿਹੜੀ ਪੁਲਿਸ ਆ ਉਹ ਦਿੱਲੀ ਸਰਕਾਰ ਦੇ ਅਧੀਨ ਨਹੀਂ, ਉਹ ਸੈਂਟਰ ਦੇ ਅਧੀਨ ਆ। ਤਾਂ ਪ੍ਰੋਫੈਸਰ ਦਵਿੰਦਰਪਾਲ ਦੀ ਜਿਹੜੀ ਰਿਹਾਈ ਆ ਉਹ ਸੈਂਟਰ ਰੋਕ ਰਹੀ ਆ ਜਾਂ ਕੇਜਰੀਵਾਲ ਰੋਕ ਰਹੀ ਆ? ਇਹ ਤਾਂ ਕਹਿੰਦੇ ਸੈਨ ਦੀ ਗੱਲ ਕਹਿ ਰਹੇ ਨੇ। ਸੈਨ ਦੇ ਬਾਬਾ ਜੀ ਉਹਦੇ ਕੋਈ ਐਪਲੀਕੇਬਲ ਨਹੀਂ, ਕਿਉਂਕਿ ਹੋਮਸ ਟੋਟਲ ਇਨਵੋਲਵਡ ਸੈਂਟਰ ਦੇ ਨਾਲ ਹੈ ਉੱਥੇ, ਉਹ ਸੈਂਟਰ ਦੇ ਹੱਥ ਹੈ ਸਾਰਾ ਕੁਝ। ਮੈਂ ਕੇਜਰੀਵਾਲ ਦਾ ਖੁਸ਼ ਨਾ, ਮੇਰਾ ਮਾਮਾ ਲੱਗਦਾ। ਬਿਲਕੁਲ ਵਕਾਲਤ ਤੇ ਜਿਹੜੀ ਸੱਚ ਹੈ, ਸੱਚ ਨੂੰ ਦੱਸਣਾ। ਅਗਰ ਤੁਸੀਂ ਲੀਗਲੀ ਵੇ ਦੇਖੋ, ਸੈਂਟਰ ਦਾ ਥੋੜਾ ਪੂਰਾ ਸੈਂਟਰ ਇੱਕ ਦਿਨ 'ਚ ਰਿਪਰੈਜ਼ੈਂਟ ਕਰ ਸਕਦੀ ਉਹਨਾਂ ਦਾ ਕੇਸ, ਔਰ ਉਹਨਾਂ ਨੂੰ ਰਿਹਾਈ ਦੇ ਸਕਦੀ, ਕੋਈ ਬੜੀ ਵੱਡੀ ਗੱਲ ਨਹੀਂ ਇਹਦੇ ਵਿੱਚ। ਕੇਜਰੀਵਾਲ ਦੀ ਕੋਈ ਨਹੀਂ ਹੈ ਬਾਬਾ, ਉਹ ਆਪਣਾ ਕੇਸ ਰਿਪਰੈਜ਼ੈਂਟ ਕਰ ਸਕਦਾ ਕਿ ਹਾਂ ਬਾਈ ਛੱਡ ਦਿਓ, ਇੱਦਾਂ ਕਹਿ ਸਕਦਾ, ਆਪਣੀ ਸੁਜੈਸ਼ਨ ਦੇ ਸਕਦਾ, ਬਟ ਇਨ ਦਾ ਐਂਡ ਉਹ ਸੈਂਟਰ ਨੇ ਫੈਸਲਾ ਲੈਣਾ ਉੱਤੇ ਜੀ। ਔਰ ਇੱਕ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਨੂੰਨੀ ਤੌਰ ਤੇ ਜੰਗ ਲੜੀ ਜਾ ਰਹੀ ਆ, ਹੁਣ ਤੱਕ ਕਿੰਨੀ ਜਿਹੜੀਆਂ ਪਟੀਸ਼ਨਾਂ ਪਾਈਆਂ ਗਈਆਂ, ਐਪਲੀਕੇਸ਼ਨਾਂ ਪਾਈਆਂ ਗਈਆਂ ਹਨ, ਔਰ ਕਾਨੂੰਨ ਤੌਰ ਤੇ ਤਾਂ ਆਪਾਂ ਲੜੀ ਰਹੇ ਹਾਂ, ਸਮਾਜਿਕ ਧਾਰਮਿਕ ਤੌਰ ਤੇ ਵੀ ਹੁਣ ਲੜਨ ਲੱਗੇ ਹਾਂ। ਕਾਨੂੰਨ ਤੌਰ ਤੇ ਹੁਣ ਤੱਕ ਕੀ ਲੜਾਈ ਆ, ਔਰ ਅੱਗੇ ਜੇ ਰਣਨੀਤੀ ਆਪਾਂ ਕਾਨੂੰਨੀ ਤੌਰ ਤੇ ਦੇਖੀਏ ਤਾਂ ਕੀ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ? ਬਾਬਾ ਜੀ ਜਿਹੜਾ ਭਾਈ ਜੀ ਜਿਹੜੀ ਕਾਨੂੰਨੀ ਲੜਾਈ ਦੀ ਗੱਲ ਕਰਦੇ ਹਾਂ ਆਪਾਂ, ਚਹਿਲ ਸਾਹਿਬ ਬੜੇ ਐਕਸਪੀਰੀਅੰਸ ਹੈਗੇ ਨੇ, ਬੜੇ ਅੱਛੇ ਵੇ ਨਾਲ ਰਿਪਰੈਜ਼ੈਂਟ ਵੀ ਕੀਤਾ ਹੈ। ਕਈ ਵਾਰ ਇੱਦਾਂ ਹੋ ਜਾਂਦਾ ਜਦੋਂ ਗੂੰਗੀਆਂ ਬਹਿਰੀਆਂ ਸਰਕਾਰਾਂ ਹੋ ਜਾਂਦੀਆਂ ਨਾ, ਉਹਨਾਂ ਦੇ ਕੰਨ ਖੋਲ੍ਹਣ ਵਾਸਤੇ ਕੁਝ ਹੋਰ ਹੀ ਕਰਨਾ ਪੈਂਦਾ, ਤੁਸੀਂ ਸਮਝ ਸਕਦੇ ਹੋ। ਬਿਲਕੁਲ ਠੀਕ ਹੈ। ਤਾਂ ਬਾਕੀ ਰਹੀ ਗੱਲ ਸਾਡੀ, ਹੁਣ ਲਾਸਟ ਸਾਨੂੰ ਜਿਹੜਾ ਆਸ ਹੈ ਉਹ ਹਿਊਮਨ ਰਾਈਟਸ ਯੂਐਨਓ ਤੋਂ ਆਸ ਹੈ, ਬਾਕੀ ਸਾਨੂੰ ਕਿਸੇ ਤੋਂ ਆਸ ਨਹੀਂ ਹੈ। ਤੁਸੀਂ ਸੁਪਰੀਮ ਕੋਰਟ ਤੋਂ ਵੀ ਆਸ ਛੱਡ ਦਿਓ, ਕਿਉਂਕਿ ਅਸੀਂ ਪੂਰੀ ਉਮਰ ਮੋਰਚੇ ਹੀ ਲਾਣੇ। ਬਸ ਸਿੱਖਾਂ ਨੂੰ ਆਪਣੀ, ਅਗਰ ਆਜ਼ਾਦ ਦੇਸ਼ ਦੇ ਵਿੱਚ ਆਪਾਂ ਰਹੇ ਨੇ, ਸਾਨੂੰ ਮੋਰਚੇ ਨਾਲ ਹੀ ਅਧਿਕਾਰ ਮਿਲਣਗੇ। ਅਸੀਂ ਕਹਿ ਰਹੇ ਹਾਂ ਕਿ ਅਸੀਂ ਦਾਰੂ ਨਹੀਂ ਵਿਕਣ ਦੇਣੀ, ਆਹੀ ਗਲਤ ਕਹਿ ਰਹੇ ਹਾਂ। ਅਸੀਂ ਕਹਿ ਰਹੇ ਹਾਂ ਕਿ ਚਿੱਟਾ ਨਹੀਂ ਵਿਕਣ ਦੇਣਾ, ਇਹ ਤਾਂ ਅਸੀਂ ਗਲਤ ਕਹਿ ਰਹੇ ਹਾਂ। ਅਸੀਂ ਕਹਿ ਰਹੇ ਹਾਂ ਕਿ ਅਸੀਂ ਮਾਈਨਿੰਗ ਬਾਹਰ ਦੇ ਬੰਦੇ ਨੂੰ ਨਹੀਂ ਕਰਨ ਦੇਣੀ, ਇੱਥੇ ਅਸੀਂ ਗਲਤ ਕਹਿ ਰਹੇ ਹਾਂ। ਅੱਛਾ ਸਿੰਘ ਸਾਹਿਬ, ਬਿਲਕੁਲ ਕਾਨੂੰਨੀ ਤੌਰ ਤੇ ਤੁਸੀਂ UNA ਦੀ ਗੱਲ ਕੀਤੀ ਆ, ਹੈ ਨਾ, ਔਰ ਉੱਥੇ ਹਾਲਾਂਕਿ ਵੋਟਾਂ ਦੀ ਗੱਲ ਕੀਤੀ ਗਿਆ, ਪੰਜਾਬ ਇੱਕ ਖਾਲਿਸਤਾਨ ਰਾਜ ਵੱਖਰੇ ਦੀ ਵੋਟ ਦੀ ਗੱਲ ਕੀਤੀ ਜਾ ਰਹੀ ਆ, ਸ਼ਾਇਦ ਉਹ VOTING ਹੋ ਚੁੱਕੀ ਜਾਂ ਨਹੀਂ ਹੋਈ, ਉੱਥੇ ਇਹ ਗੱਲ ਪਹੁੰਚ ਚੁੱਕੀ ਆ, ਪਰ ਉਹਦਾ ਹਜੇ ਜਵਾਬ ਨਹੀਂ ਦਿੱਤਾ। ਜਿਹੜੀ ਯੂਨਾਈਟਿਡ ਸਟੇਟ ਦੀ ਜੋ ਵੀ ਆ ਡਿਊਟੀ ਬਣੀ ਹੋਈ ਆ, ਉਹਦਾ ਹਜੇ ਕੋਈ ਜਵਾਬ ਨਹੀਂ ਆਇਆ ਇਸ ਬਾਬਤ। ਤੁਸੀਂ ਬਸ ਬਾਈ ਜੀ ਉਹੀ ਪ੍ਰੋਬਲਮ ਆ ਰਹੀ ਹੈ ਕਿ ਅਸੀਂ ਆਪਣਾ ਜਿਹੜਾ ਕੇਸ ਹੈ ਨਾ ਉਹ ਰਿਪਰੈਜ਼ੈਂਟ ਨਹੀਂ ਕਰ ਪਾ ਰਹੇ ਸਹੀ ਤਰੀਕੇ ਨਾਲ। ਅਸੀਂ ਮਿਸਕਨਸੈਪਸ਼ਨ ਕਹਿ ਸਕਦੇ ਹਾਂ, ਜਾਂ
ਇੱਕ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਕਹਿੰਦੇ ਨਾ ਕਰੀਮ ਹੁੰਦੀ ਹੈ, ਕੌਮ ਦੀ ਕਰੀਮ ਹੁੰਦੀ ਹੈ, ਜਿਹੜੀ ਇੱਕ ਸੁਸਾਇਟੀ ਹੁੰਦੀ ਹੈ, ਜਿਹੜੀ ਐਜੂਕੇਟਡ ਸੁਸਾਇਟੀ ਹੁੰਦੀ ਹੈ, ਉਹ ਨਹੀਂ ਇਕੱਠੀ ਹੋ ਸਕੀ। ਮੈਂ ਤਾਂ ਚਾਹੁੰਦਾ ਕਿ ਇੱਕ ਜਿਹੜਾ ਲਾਈਕ ਮਾਈਂਡਡ ਪਰਸਨ, ਜਿਸ ਦਾ ਕਹਿ ਸਕਦੇ ਹਾਂ, ਜਿਹਨਾਂ ਨੂੰ ਕੌਮ ਦਾ ਦਰਦ ਹੈ, ਜਿਹਨਾਂ ਰਿਪਰੈਜ਼ੈਂਟ ਕਰਨਾ ਚਾਹੁੰਦੇ ਨੇ, ਉਹਨਾਂ ਦਾ ਇੱਕ ਐਸਾ ਸੰਗਠਨ ਬਣਨਾ ਚਾਹੀਦਾ, ਉਹ ਇੱਕ ਤਰੀਕੇ ਨਾਲ ਰਿਪਰੈਜ਼ੈਂਟ ਕਰਨ। ਔਰ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਸਿੰਘ ਸਾਹਿਬ, ਜਿੱਦਾਂ ਕਿ ਕਿਸਾਨੀ ਅੰਦੋਲਨ ਦੌਰਾਨ ਵਿਧਾਨ ਸਭਾ ਦੀਆਂ ਚੋਣਾਂ ਆਉਣ ਤੋਂ ਪਹਿਲਾਂ ਕਾਲੇ ਕਾਨੂੰਨ ਵਾਪਸ ਕਰ ਲਏ ਗਏ ਸੀ। ਤੁਹਾਨੂੰ ਕੁਝ ਲੱਗ ਰਿਹਾ ਕਿ ਜਦੋਂ 24 ਦੀਆਂ ਵੋਟਾਂ ਆਉਣਗੀਆਂ ਕੋਈ ਚਾਲ ਚਲੋ ਖੇਡੀ ਬਾਬਾ ਜਾ ਜੀ, ਹੋਣੀ ਤਾਂ ਚਾਲ ਹੀ ਹੈ, ਰਿਹਾਈ ਤੇ ਹੋਣੀ ਹੈ, ਉਹ ਕੋਈ ਨੋ ਡਾਊਟ। ਹੁਣ ਇਹਨਾਂ ਨੂੰ ਕਰਨੀ ਹੀ ਪਊਗੀ, ਫਤਿਹ ਤਾਂ ਹੋਣੀ ਹੈ। ਸਿੰਘ ਜਿੱਥੇ ਬਹਿ ਜਾਂਦੇ ਫਤਿਹ ਕਰਾ ਕੇ ਛੱਡਦੇ, ਬਟ ਇਹ ਨਾ ਹੋਵੇ ਨਾ, ਇਹ ਫਤਿਹ ਦੇ ਕਰਾਉਂਦੇ ਸਾਨੂੰ ਹੋਰ ਵੀ ਸਿੰਘ ਜਿਹੜੇ ਪੁਰਾਣੇ ਨਵੇਂ ਬੈਠੇ ਹੋਏ ਉਹਨਾਂ ਲਈ ਵੀ ਮੋਰਚਾ ਲਾਉਣਾ ਪਊਗਾ। ਬਾਬਾ ਜੀ ਇੱਦਾਂ ਦੀ ਇੱਕ ਲਾਈਵ ਐਗਜ਼ਾਮਪਲ ਵੀ ਹੈਗੀਆਂ ਨੇ, 20-25 ਸਾਲ ਤੋਂ ਸਿੰਘ ਅੰਦਰ ਬੈਠੇ, ਹਾਲੇ ਤੱਕ ਉਹਨਾਂ ਟਰਾਇਲ ਨਹੀਂ ਹੋਇਆ। ਇਹ ਤਾਂ ਫਿਰ ਇੱਕ ਕਿਸਮ ਦਾ ਬਾਬਾ ਜੀ ਘਾਣ ਹੋ ਗਿਆ ਨਾ ਡੈਮੋਕ੍ਰੇਸੀ ਦਾ। 25 ਸਾਲ ਹੋ ਗਏ, ਟਰਾਇਲ ਹੀ ਨਹੀਂ ਹੋਇਆ, ਚਲਾਨ ਹੀ ਪੇਸ਼ ਨਹੀਂ ਹੋਇਆ। ਇੱਦਾਂ ਦੇ ਸਿੰਘ ਵੀ ਹੈਗੇ ਨੇ। ਜੱਗੀ ਜੋਹਲ ਦੇਖ ਲਓ, ਕਿਤਾਬਾਂ ਦੇ ਨਾਲ ਤੁਹਾਨੂੰ ਸਜ਼ਾ ਮਿਲ ਸਕਦੀ ਹੈ ਇਸ ਦੇਸ਼ ਦੇ ਵਿੱਚ। ਕਿਤਾਬਾਂ ਰੱਖਣ ਦੇ ਨਾਲ, ਆਪਣੀ ਹਿਸਟਰੀ ਪੜ੍ਹਨ ਦੇ ਨਾਲ ਤੁਹਾਨੂੰ ਸਜ਼ਾ ਮਿਲ ਸਕਦੀ ਹੈ ਇਸ ਦੇਸ਼ ਦੇ ਵਿੱਚ। ਫਿਰ ਖਾਲਸੇ ਰਾਜ ਦੀ ਹਿਸਟਰੀ ਪੜ੍ਹਨ ਨਾਲ ਤੁਹਾਨੂੰ ਸਜ਼ਾ ਮਿਲ ਸਕਦੀ ਹੈ। ਸਿੱਖ ਅੰਪਾਇਰ ਦੀ ਹਿਸਟਰੀ ਪੜ੍ਹਨ ਨਾਲ ਤੁਹਾਨੂੰ ਸਜ਼ਾ ਮਿਲ ਸਕਦੀ ਹੈ। ਜਿਸ ਸਿੱਖ ਅੰਪਾਇਰ ਨੇ ਹਿੰਦੂਆਂ ਲਈ ਮੰਦਿਰ, ਮੁਸਲਿਮਾਂ ਲਈ ਆਪਣੀ ਉਹਨਾਂ ਦੀ ਮਸਜਿਦ, ਮਤਲਬ ਗੁਰਦੁਆਰੇ ਤਾਂ ਬਹੁਤ ਘੱਟ ਬਣੇ ਨੇ ਸਿੱਖ ਅੰਪਾਇਰ ਦੇ ਵਿੱਚ, ਔਰ ਉਹਨਾਂ ਦੀ ਰੱਖਿਆ ਕੀਤੀ ਹੈ, ਔਰ ਹਰ ਧਰਮ ਦੀ ਉਹਨਾਂ ਨੇ ਇੱਕ ਕਿਸਮ ਦਾ ਇਕੁਅਲ ਰਾਈਟਸ ਦਿੱਤੇ ਨੇ ਉਹਨਾਂ ਨੂੰ। ਬਿਲਕੁਲ। ਹੁਣ ਅੰਮ੍ਰਿਤਪਾਲ ਵਾਰਿਸ ਪੰਜਾਬ ਦੇ ਮੁਖੀ ਨੇ, ਉਹ ਵੀ ਕਹਿ ਰਹੇ ਨੇ ਕਿ ਅਸੀਂ ਵੱਖਰੀ ਕੌਮ ਸਾਡੀ ਹੋਵੇ, ਵੱਖਰਾ ਰਾਜ ਹੋਵੇ, ਸਾਡਾ ਆਪਦਾ ਰਾਜ ਹੋਵੇ। ਉਹਦੇ ਬਾਰੇ ਕੀ ਕਹਿਣਾ? ਬਾਬਾ ਜੀ ਉਹ ਤਾਂ ਹੈਗਾ ਹੀ ਹੈ। ਉਹ ਦਸਵੇਂ ਪਾਤਸ਼ਾਹ ਨੇ ਸਾਨੂੰ ਵੱਖਰਾ ਹੀ ਬਣਾਇਆ ਹੈ, ਔਰ ਸਾਨੂੰ ਸੰਵਿਧਾਨ ਦੇ ਵਿੱਚ ਚਲੋ ਇਹਨਾਂ ਨੇ ਜਟਾਧਾਰੀ ਹਿੰਦੂ ਹੀ ਕਿਹਾ ਹੋਇਆ, ਬਟ ਕਲੀਅਰ ਹੈ ਸਿੱਖ ਅੰਪਾਇਰ ਹੋਇਆ ਬਾਬਾ ਜੀ, ਜਿਹਦੀਆਂ ਲੇਹ ਲਦਾਖ, ਕਾਦਰ ਕੰਧਾਰ ਆਪਾਂ ਸੋਚ ਵੀ ਨਹੀਂ ਸਕਦੇ। ਅੱਜ ਅਮਰੀਕਾ ਨੂੰ ਵੀ ਸਾਈਕਲ ਵਾਲਿਆਂ ਨੇ ਨਠਾਤਾ ਮਕਾਨੀ, ਆਪਾਂ ਉੱਥੇ ਵੀ ਰਾਜ ਕੀਤਾ ਹੋਇਆ, ਪੇਸ਼ਾਵਰ ਤੱਕ ਰਾਜ ਕੀਤਾ। ਤੁਸੀਂ ਬਾਬਾ ਜੀ ਚਲੋ ਇਨ ਹਿਸਟਰੀ ਸਾਨੂੰ ਪੜ੍ਹਾਉਣਾ ਨਹੀਂ ਚਾਹੁੰਦੇ, ਯੂਰੋਪ ਤੱਕ ਤੁਹਾਡਾ ਰਾਜ ਰਿਹਾ ਹੈ, ਯੂਰੋਪ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਹੈ, ਜਮਰੌਦ ਦੇ ਕਿਲੇ। ਹਾਂ, ਵਾਹ ਜੀ ਵਾਹ। ਇਹ ਹਿਸਟਰੀ ਸਾਡੀ ਸਾਨੂੰ ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ। ਹਿਸਟਰੀ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਜੇਲ੍ਹਾਂ ਦੇ ਅੰਦਰ ਠੋਕ ਦਿੱਤਾ ਜਾਊਗਾ। ਕਹਿੰਦੇ ਨਾ ਕਿ ਕਿਸੇ ਕੌਮ ਨੂੰ ਮਾਰਨਾ, ਉਹਨੂੰ ਦੋ ਚੀਜ਼ਾਂ ਤੇ ਲਾ ਦਿਓ, ਉਹਦੀ ਹਿਸਟਰੀ ਪੜ੍ਹਾ ਦਿਓ, ਉਹਨੂੰ ਪੜ੍ਹਨਾ ਛਡਾ ਦਿਓ, ਔਰ ਉਹਨੂੰ ਦਾਰੂ ਜਾਂ ਸ਼ਰਾਬ ਤੇ ਲਾ, ਨਸ਼ੇ ਤੇ ਲਾ ਦਿਓ, ਕੌਮਾਂ ਖਤਮ ਹੋ ਜਾਣਗੀਆਂ। ਬਿਲਕੁਲ। ਪੰਜਾਬ ਜੇ ਵੱਖਰਾ ਰਾਜ ਮੰਗਿਆ ਜਾਵੇ, ਪੰਜਾਬ ਮੰਗ ਰਹੇ ਤਾਂ ਕਸ਼ਮੀਰ ਵੀ ਆਪਣਾ ਮੰਗ ਰਹੇ ਨੇ। ਜੇ ਪੰਜਾਬ ਦੇ ਜਿਹੜੇ ਸੂਬੇ ਨੇ, ਰਾਜ ਨੇ, ਜੇ ਸਾਰੇ ਹੀ ਆਪਣਾ ਰਾਜ ਮੰਗਣ ਲੱਗੇ ਤਾਂ ਭਾਰਤ ਟੁੱਟ ਜਾਵੇਗਾ। ਚਲੋ ਭਾਰਤ ਟੁੱਟਣ ਦੀ ਗੱਲ ਕਰਨਾ ਨਹੀਂ ਚਾਹੁੰਦੇ ਬਾਬਾ ਜੀ। ਅੱਜ ਦੀ ਡੇਟ 'ਚ ਅਗਰ ਭਾਰਤ ਟੁੱਟੇਗਾ ਨਾ ਤਾਂ ਸਮਝ ਲਓ ਉਹਦਾ ਇੱਕ ਟੋਟਾ ਨਹੀਂ ਹੋਊਗਾ, ਬਹੁਤ ਟੋਟੇ ਹੋਣਗੇ। ਇਹ ਗੱਲ ਯਾਦ ਰੱਖ ਲਿਓ। ਹਰ ਜਗ੍ਹਾ ਅੱਗ ਲੱਗੀ ਹੋਈ ਹੈ। ਤੁਸੀਂ ਸਾਊਥ ਵਿੱਚ ਚੱਲ ਜਾਓ, ਉੱਥੇ ਅੱਗ ਲੱਗੀ ਹੋਈ ਹੈ। ਕਸ਼ਮੀਰ 'ਚ ਚੱਲ ਜਾਓ, ਅੱਗ ਲੱਗੀ ਹੋਈ ਹੈ। ਸਰਕਾਰਾਂ ਤੋਂ ਦੁਖੀ ਨੇ ਲੋਕ ਬਾਬਾ ਜੀ, ਬਹੁਤ ਜ਼ਿਆਦਾ ਦੁਖੀ ਨੇ। ਤੁਸੀਂ ਅੱਜ ਦੀ ਡੇਟ ਦੇਖ ਲਓ, ਮੈਂ ਇੱਕ ਡਾਟਾ ਪੜ੍ਹ ਰਿਹਾ ਸੀ ਕੱਲ੍ਹ, ਟੋਟਲ ਇੰਡੀਆ ਦੇ ਵਿੱਚ 1,30,00,000 ਇੰਜੀਨੀਅਰ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ, ਉਹਦੇ ਵਿੱਚੋਂ 1,13,00,000 ਬੰਦਾ ਜਿਹੜਾ ਅਨਇੰਪਲੋਇਡ ਬੈਠਾ ਹੋਇਆ ਹੈ, ਔਰ ਜਿਹੜਾ ਉਹਦੇ ਵਿੱਚ ਜੌਬ ਕਰ ਰਿਹਾ 3 ਲੱਖ ਬੰਦਾ ਇੱਕ ਐਸਾ ਜਿਹੜਾ ਅੱਛੀ ਕੰਪਨੀਆਂ, ਜਿਹੜਾ ਪੈਕੇਜ ਅੱਛੇ ਨੇ, ਉਹਨਾਂ ਨੇ ਬਾਕੀ ਕੋਈ 10 ਜਾਂ 15,000 ਦੇ ਕੰਮ ਕਰ ਰਿਹਾ। ਆਹ ਹਾਲਤ ਹੋ ਗਈ ਹੈ ਸਾਡੀ ਅੱਜ ਦੀ ਡੇਟ 'ਚ। ਤੁਸੀਂ ਸੋਚ ਸਕਦੇ ਹੋ ਕਿ 15,000 ਨਾਲ ਜਿਹਨੇ 30 ਲੱਖ ਜਾਂ 40 ਲੱਖ ਲਾ ਕੇ ਇੰਜੀਨੀਅਰਿੰਗ ਕੀਤੀ ਹੋਏਗੀ, ਉਹ ਕਿੱਦਾਂ ਸਰਵਾਈਵ ਕਰਦਾ ਹੋਏਗਾ। ਬਿਲਕੁਲ, ਇਹ ਬੜਾ ਡੂੰਘਾ ਮਸਲਾ, ਔਰ ਇਹ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਨੇ। ਮੈਂ ਤੁਹਾਡੇ ਇੱਕ ਬੇਨਤੀ ਕਰਨਾ ਚਾਹੁੰਦਾ ਬਸ ਜੀ, ਮੈਂ ਇੱਕ ਇਹੀ ਕਹਿਣਾ, ਪੰਜਾਬ ਦੇ ਨੌਜਵਾਨ ਇਸੇ ਕਰਕੇ ਵਿਦੇਸ਼ਾਂ ਨੂੰ ਜਾ ਰਹੇ ਨੇ, ਪਰਦੇਸਾਂ ਨੂੰ ਜਾ ਰਹੇ ਨੇ। ਤਾਂ ਹੀ ਮੈਂ ਉਹ ਗੱਲ ਕਹਿਣੀ ਚਾਹੁੰਦਾ ਸੀ ਕਿ ਜਿਹੜੀਆਂ ਤਨਖਾਹਾਂ ਨੇ, ਰੁਜ਼ਗਾਰ ਨੇ, ਇੱਥੇ ਪੈਦਾ ਨਹੀਂ ਹੁੰਦੇ। ਸੋ ਤੁਸੀਂ ਕੀ ਗੱਲ ਕਹਿਣੀ ਚਾਹੁੰਦੇ ਹੋ? ਮੈਂ ਬਾਬਾ ਜੀ 3 ਗੱਲ ਕਹਿਣਾ ਚਾਹੁੰਦਾ ਜੀ। ਸਾਨੂੰ ਐਜੂਕੇਸ਼ਨ ਹੀ ਮਜ਼ਬੂਤ ਹੋਣਾ ਪੈਣਾ, ਸਾਨੂੰ ਇਕਨੋਮਿਕਲੀ ਮਜ਼ਬੂਤ ਹੋਣਾ ਪੈਣਾ, ਸਾਨੂੰ ਸੋਸ਼ਲੀ ਬਾਉਂਡ ਹੋਣਾ ਪੈਣਾ, ਫਿਰ ਆਪਾਂ ਕੁਝ ਕਰ ਸਕਦੇ ਹਾਂ। ਅਗਰ ਆਪਾਂ ਇਕਨੋਮਿਕਲੀ ਸਾਊਂਡ ਹੋਵਾਂਗੇ, ਅਸੀਂ ਆਪਣੇ ਭਰਾਵਾਂ ਦੀ ਹੈਲਪ ਕਰ ਸਕਦੇ ਹਾਂ। ਅਗਰ ਅਸੀਂ ਐਜੂਕੇਸ਼ਨਲੀ ਸਟਰੋਂਗ ਹੋਵਾਂਗੇ, ਅਸੀਂ ਆਪਣਾ ਕੇਸ ਰਿਪਰੈਜ਼ੈਂਟ ਕਰ ਸਕਦੇ ਹਾਂ। ਅਗਰ ਅਸੀਂ ਸੋਸ਼ਲੀ ਸਟਰੋਂਗ ਹੋਵਾਂਗੇ, ਅਸੀਂ ਯੂਨਾਈਟ ਹੋ ਸਕਦੇ ਹਾਂ। ਆਹ 3 ਚੀਜ਼ਾਂ ਦੀ ਸਾਨੂੰ ਅੱਜ ਬਹੁਤ ਲੋੜ ਹੈ। ਮੈਂ ਤੁਹਾਡੇ ਰਾਹੀਂ ਇਹੀ ਬੇਨਤੀ ਕਰਦਾ। ਮੈਂ ਪੰਜਾਬ ਦੇ ਨਹੀਂ, ਪੂਰੇ ਇੰਟਾਇਰ ਵਰਲਡ ਜਿੱਥੇ ਵੀ ਸਿੱਖ ਰਾਜ ਸਾਡਾ ਹੈਗਾ, ਸਿੱਖ ਬਸੇ ਹੋਏ ਨੇ, ਉਹਨਾਂ ਨੂੰ ਅਪੀਲ ਕਰਦਾ। ਬਿਲਕੁਲ। ਔਰ ਵੀਰ ਜੀ ਬਹੁਤ ਬਹੁਤ ਧੰਨਵਾਦ, ਬਹੁਤ ਸੋਹਣੇ ਵਿਚਾਰ ਦਿੱਤੇ ਨੇ। ਔਰ ਵੀਰ ਜੀ ਤੁਹਾਡਾ ਨਾਮ ਇੱਕ ਵਾਰ ਜ਼ਰੂਰ ਦੱਸਿਓ। ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ। ਐਡਵੋਕੇਟ ਐਡਵੋਕੇਟ ਜਸਪ੍ਰੀਤ ਸਿੰਘ ਜੀ ਨੇ, ਜਿਹੜਾ ਬਰੀਕਲੀ ਇਸ ਕੌਮੀ ਇਨਸਾਫ ਮੋਰਚੇ ਦੇ ਕਿਉਂ, ਕਿੱਥੇ ਅਤੇ ਕਿਉਂ ਜਿਹੜੀ ਰਿਹਾਈ ਨਹੀਂ ਹੋ ਰਹੀ, ਉਹ ਗੱਲ ਜਿਹੜੀ ਸਾਫ਼ ਕਰ ਦਿੱਤੀ ਆ। ਅਤੇ ਜਿਹੜਾ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਕੇਜਰੀਵਾਲ ਦੇ ਜਿਹੜੀ ਫਾਈਲ ਦੇ ਸਾਈਨ ਹੋਣੇ ਨੇ, ਉਹ ਵੀ ਗੱਲ ਕਲੀਅਰ ਕਰ ਦਿੱਤੀ ਆ, ਕਿਉਂਕਿ ਜਿਹੜੀ ਦਿੱਲੀ ਆ, UT ਆ, ਸੋ ਉਹ ਜਿਹੜੀ ਜੋ ਵੀ ਆ ਉਹ ਕੇਂਦਰ ਦੇ ਅਧੀਨ ਆ।
ਸੋ ਵੀ ਗੱਲ ਕਲੀਅਰ ਕਰ ਦਿੱਤੀ। ਤਾਂ ਉੱਥੇ ਹੀ ਪਰ ਤੁਹਾਨੂੰ ਦੱਸ ਦਈਏ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ, ਬੜੀਆਂ ਬਰੀਕਲੀ ਹੋਈਆਂ ਨੇ। ਭਾਰਤੀ ਕਾਨੂੰਨ ਨੂੰ, ਭਾਰਤੀ ਸੰਵਿਧਾਨ ਨੂੰ ਲੈ ਕੇ ਉਹ ਗੱਲ ਕੀਤੀ ਗਈ ਹੈ। ਕਿਸ ਤਰ੍ਹਾਂ ਦੀ ਇਹ ਵਿਚਾਰ ਚਰਚਾ ਹੋਈ, ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ। ਮੇਰੇ ਨਾਲ ਰਾਹੁਲ, ਕੈਮਰਾਮੈਨ, ਕੌਮੀ ਇਨਸਾਫ ਮੋਰਚਾ, ਮੋਹਾਲੀ।